व्याकरण पढ़िया किसी ने? व्याकरण पढ़िया जी किसी ने? बाठ साहब जां होर जिहड़ी संगत है जदों गुरबाणी दी संथਿਆ ਲਈ आ, किन्ने गुरबाणी दी संथਿਆ ਲਈ ਤਾਂ किन्ने व्याकरण पढ़िया जी? ਤੁਸੀਂ ਬਾਣੀ 'ਚ ਦੇਖੋ ਨਾਨਕ ਨਾਮ ਕਿੰਨੀ ਤਰ੍ਹਾਂ ਲਿਖਿਆ। जी 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 ਕਈ ਥਾਂ ਆਉਂਦਾ ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ, हाँ जी ਕਈ ਥਾਂ ਆਉਂਦਾ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ हाँ जी ਨਾਨਕ, हाँ जी ਬੋਲ ਉਹ ਵੀ ਹੁੰਦਾ हाँ जी ਪਰ ਔਂਕੜ ਨਾਲ ਹੀ ਅਰਥ ਬਦਲ ਜਾਂਦਾ। जी 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 हाँ जी हाँ जी ਹੁਣ ਤੁਸੀਂ ਦੋਹਰਾ ਪੜ੍ਹਦੇ ਹੋ, हाँ जी ਤੁਸੀਂ ਦੋਹਰਾ ਪੜ੍ਹਦੇ ਹੋ, ਸਗਲ ਦੁਆਰ ਕੋ ਛੱਡ ਕੇ ਗਹਿਓ तुहारो द्वार ਤੁਹਾਰੋ ਦੁਆਰ। हाँ जी ਹੁਣ ਗਹਿਓ ਕੌਣ ਕਹਿੰਦਾ ਜੀ? गए हो कही जाते हैं ਨਹੀਂ ਜੀ ਬਾਠ ਸਾਹਿਬ, ਫਿਰ ਤੁਹਾਨੂੰ ਭੁਲੇਖਾ ਬਿੰਦੀ ਲੱਗੀ ਨਹੀਂ ਜੀ। ਜੇ ਤੁਸੀਂ ਸੰਥਿਆ ਲਈ ਆ ਫਿਰ ਹਾਂ ਕਹਿੰਦੇ ਅਸੀਂ ਲਈ ਆ, ਬਾਠ ਸਾਹਿਬ ਕਹਿੰਦੇ अच्छा ਸੰਥਿਆ ਲਈ ਆ। ठीक है ਵਿਆਕਰਨ ਵੀ ਪੜਿਆ ਹੋਣਾ ਆਪ ਜੀ ਨੇ, ਉਹਦੇ 'ਚ ਇੱਕ ਬਚਨ ਤੇ ਬਹੁ ਬਚਨ ਬਾਰੇ ਵੀ ਲਿਖਿਆ ਹੋਣਾ ਵੀ ਇੱਕ ਬਚਨ ਕੀ ਹੁੰਦਾ ਹੈ, ਬਹੁ ਬਚਨ ਕੀ ਹੁੰਦਾ ਹੈ, ਲਾਮ ਨਾਲ ਅਰਥ ਕਿਵੇਂ ਹੁੰਦਾ ਹੈ, ਦਲਾਵਾਂ ਨਾਲ ਅਰਥ ਕਿਵੇਂ ਹੁੰਦਾ ਹੈ, ਸਿਹਾਰੀ ਨਾਲ ਅਰਥ ਕਿਵੇਂ ਹੁੰਦਾ ਹੈ, ਬਿਹਾਰੀ ਨਾਲ ਅਰਥ ਕਿਵੇਂ ਹੁੰਦਾ ਹੈ, ਕੰਨੇ ਨਾਲ, ਔਂਕੜ ਨਾਲ, ਦਲੈਂਕੜ ਨਾਲ, ਆ ਏ ਓ ਈ ਊ, ਇਹ ਜਿੰਨੇ ਵੀ ਅਰਥ ਨੇ ਵਿਆਕਰਨ ਦੇ, ਇਹਨਾਂ ਦੇ ਅਰਥ ਵੀ ਵੱਖਰੇ ਵੱਖਰੇ ਹੈ। ਤੁਸੀਂ ਇਸ ਗੱਲ ਦਾ ਤੁਹਾਨੂੰ ਪਤਾ ਹੋਣਾ ਫਿਰ ਜੇ ਤੁਸੀਂ ਸੰਥਿਆ ਲਈ ਹੈ। ਕਾਇਦਾ ਦਿੱਤਾ ਜਾਂਦਾ ਜੀ ਵਿਆਕਰਨ ਦਾ, जी 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 ਜੋ ਸੰਥਿਆ ਦਿੱਤੀ ਜਾਂਦੀ ਹੈ। जी ਅੱਜ ਟਕਸਾਲ ਨੂੰ ਗਾਲਾਂ ਤਾਂ ਸਾਰੇ ਕੱਢਦੇ ਆ, हाँ जी हाँ ਮੈਂ ਕਹਿੰਦਾ ਟਕਸਾਲ ਨੂੰ ਮਾੜਾ ਨਾ ਕਹੋ। जी जी ਜੇ ਕਿਸੇ ਇਨਸਾਨ ਨਾਲ ਤੁਹਾਨੂੰ ਸ਼ੰਕਾ ਜਾਂ ਵਿਚਾਰਾਂ ਦੀ ਗੱਲ ਹੈ, जी जी ਉਹਨਾਂ ਬਹਿ ਕੇ ਕਰੋ। हाँ जी हाँ जी ਟਕਸਾਲ ਮਾੜੀ ਨਹੀਂ ਹੈ, जी जी ਟਕਸਾਲ ਨਹੀਂ ਮਾੜੀ ਹੈ। हाँ जी हाँ जी ਟਕਸਾਲ ਦੇ ਜਿੰਨੀ ਸ਼ੁੱਧ ਸੰਥਿਆ ਅੱਜ ਤੱਕ ਦਿੱਤੀ ਕਿਸੇ ਨੇ ਨਹੀਂ जी ਜੀ। जी जी ਸਤਿਕਾਰਯੋਗ ਸਾਰੇ ਹੀ ਆ, हाँ जी हाँ जी ਪਰ ਜਿੰਨੇ ਅਸੀਂ ਜੁੱਤੀਆਂ, ਮੈਂ ਅੱਜ ਤੋਂ 18 ਸਾਲ ਪਹਿਲਾਂ ਸੰਥਿਆ ਲਈ ਜੀ। जी 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 ਕਿਉਂ ਦਿਖਾਉਣਾ ਨਹੀਂ ਚਾਹੀਦਾ, ਪਰ ਸੰਗਤ ਨੂੰ ਮੈਂ ਦਿਖਾਉਣਾ ਚਾਹੂੰਗਾ। ਤੁਹਾਨੂੰ ਆ ਮੇਰੀ ਉਂਗਲੀ ਤੇ ਇੱਕ ਟੱਕ ਦਿਸਣਾ ਪਿਆਰਿਓ, ਆਹ ਦੇਖੋ, ਆਹ ਜਿਹੜਾ ਟੱਕ ਹੈ ਨਾ, ਇਹ ਸੰਥਿਆ ਲੈਂਦੇ ਤੇ ਆਇਆ ਸੀ, ਕਿਉਂਕਿ ਕੁਝ ਸ਼ਬਦ ਸੀ ਜਿਹੜਾ ਮੈਨੂੰ ਕਈ ਦਿਨ ਸਾਡੇ ਉਸਤਾਦ ਜੀ ਪੜਾਉਂਦੇ ਰਹੇ ਟਕਸਾਲ 'ਚ, ਮੈਨੂੰ ਉਹ ਕਹਿਣਾ ਨਾ ਆਵੇ। हाँ जी हाँ जी ਫਿਰ ਤੁਹਾਨੂੰ ਪਤਾ ਹੀ ਹੈ ਜਿੰਨਾ ਚਿਰ ਚੰਡ ਨਾ ਖਾਵੇ ਬੰਦੇ ਨੂੰ ਉਸਤਾਦ ਤੋਂ ਕੰਮ ਆਉਂਦਾ ਨਹੀਂ हाँ जी ਜੀ। हाँ जी ਤਾਂ ਥੋੜੀ ਪਈ ਸੀ ਤਬਲੇ ਦੀ ਇੱਥੇ, हाँ जी ਕਹਿੰਦੇ ਤੈਨੂੰ ਬੋਲਣਾ ਨਹੀਂ ਆਉਂਦਾ। हाँ जी ਐਦਾਂ ਸੰਥਿਆ ਹੁੰਦੀ ਸੀ। ਹੁਣ ਤਾਂ ਤੁਸੀਂ ਕਿਸੇ ਨੂੰ ਓਏ ਕਹਿ ਲਓ, ਅਗਲਾ ਤੁਹਾਨੂੰ ਚਾਰ ਗਾਲਾਂ ਕੱਢ ਕੇ ਗਾਂਹ ਜਾਂਦਾ ਨਾ। सही गल है जी ਤੇ ਮੈਂ ਬੇਨਤੀ ਕਰ ਰਿਹਾ ਸੀ, ਆ ਜਾਓ ਮੈਂ ਆਪਣੀ ਗੱਲ ਸ਼ੁਰੂ ਰੱਖਾਂ, ਕਿਉਂ ਵਿੱਚੋਂ ਫਿਰ ਆਪਾਂ ਫਰਕ ਨਹੀਂ ਪਵੇ हाँ ਨਾ। जी हाँ जी ਹੁਣ ਜਦੋਂ ਉਹ ਸ਼ਬਦ ਉਚਾਰਿਆ ਰਾਮ ਕਲੀ ਦੀ ਵਾਰ, जी 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 ਉਹਦੇ 'ਚ ਸਿਫਤ ਕੀਤੀ ਗੁਰੂ ਨਾਨਕ ਦੇ ਘਰ ਦੀ, हाँ जी हाँ जी ਭਾਈ ਸੱਤਾ ਬਲਵੰਡਾ ਜੀ ਨੇ। जी जी ਉਹਦੇ 'ਚ ਇਹ ਵੀ ਸ਼ਬਦ ਆ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, जी 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 ਇਹ ਵੀ ਸ਼ਬਦ ਉਹਦੇ 'ਚ ਹੀ ਹੈ। हाँ जी हाँ जी ਫਿਰ ਨੂਰ ਅਰਸੋਂ ਕੁਰਸੋਂ ਝੱਟੀ ਹੈ, हाँ जी हाँ ਉਹ ਤੋਂ ਪਹਿਲੀ ਪੰਕਤੀ ਹੈ हाँ जी ਵੀ ਇਹ ਪਾਤਸ਼ਾਹ ਤੇਰੇ ਦਰਬਾਰ ਦੇ ਅੰਦਰ ਇਲਾਹੀ ਨੂਰ ਵਰਸਦਾ। जी 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 ਅਰਸ਼ੋਂ ਦਾ ਮਤਲਬ ਅਰਸ਼ਾਂ ਤੋਂ हाँ जी हाँ ਨੂਰ ਝੜਕਦਾ, ਤੇਰੇ ਘਰ ਦੇ ਵਿੱਚ ਮੀਂਹ ਪੈਂਦਾ ਨੂਰ ਦਾ, जी जी ਜਿਹੜਾ ਤੇਰੇ ਘਰ ਆ ਕੇ ਬਹਿਣਾ ਹੀ ਸ਼ੁਰੂ ਕਰ ਦਵੇ, ਉਹ ਵੀ ਚਿਹਰਾ ਭਖਣ ਲੱਗ ਜਾਂਦਾ, ਐਨ ਲਾਲੀ ਚੜ ਜਾਂਦੀ ਹੈ। बिल्कुल सही गल है जी ਜਿਹੜਾ ਤੇਰੇ ਕੋਲ ਬਹਿਣਾ ਹੀ ਸ਼ੁਰੂ ਕਰ हाँ ਦਵੇ, जी हाँ जी हाँ जी ਜਿਸ ਪਾਸ ਬੈਠੇ ਆ सोही है ਸੋਹੀ ਹੈ, सबना दा वे ਸਭਨਾਂ ਦਾ ਵਿਸਾ। हाँ जी ਵੀ ਤੇਰੇ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ, ਤੇਰੇ ਘਰ 'ਚ ਆਕਾਸ਼ ਤੋਂ ਨੂਰ ਵਰਸਦਾ, ਜਿਹੜਾ ਤੇਰੇ ਦਰ ਦਾ ਨੂਰ ਹੈ। जी जी ਤੇ ਤੁਹਾਡੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। जी 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 ਫਿਰ ਅੱਗੇ ਪੰਕਤੀ ਚੱਲ ਕੇ ਆਊਗੀ ਜੀ, ਇਹ ਜਿਹੜੀ ਪੰਕਤੀ ਦਾ ਬਚਨ ਜ਼ਿਕਰ ਕੀਤਾ ਸੀ ਨਾ, हाँ जी ਪੁੱਤਰੀ ਕੌਲ ਨ ਪਾਲਿਓ। ਹੁਣ ਇੱਥੇ ਜੇ ਵਿਆਕਰਨ ਆਪਾਂ ਪੜ੍ਹਿਆ, ਇੱਥੇ ਬਚਨ ਹੈ ਪੁੱਤਰੀ। हाँ जी हाँ जी ਪੁੱਤਰੀ ਸ਼ਬਦ ਦੇ ਉੱਤੇ ਬਿੰਦੀ ਨਹੀਂ ਲੱਗੀ। जी जी ਮਗਰੋਂ ਹੁਣ ਸਾਡੇ ਗਿਆਨੀ ਸਿੰਘ ਆਪਣੀਆਂ ਪੋਥੀਆਂ ਚਲਾ ਲੈਣ, ਵੱਖਰੀ ਗੱਲ ਆ। हाँ जी हाँ जी ਪ੍ਰਾਤਨ ਸਰੂਪ ਦੇ ਦਰਸ਼ਨ ਕਿਸੇ ਦੇ ਵੀ ਕਰ ਲਓ, ਪੁੱਤਰੀ ਸ਼ਬਦ ਦੇ ਉੱਤੇ ਬਿੰਦੀ ਨਹੀਂ ਹੈ। जी जी ਉੱਥੇ ਜੇ ਬਿੰਦੀ ਲੱਗੂਗੀ ਫਿਰ ਬਣਨਾ ਪੁੱਤਰੀ। हाँ जी हाँ जी ਬਿੰਦੀ ਲਾਉਂਗੇ ਨਾ ਜੀ, हाँ जी ਫਿਰ ਆਊਗਾ ਪੁੱਤਰੀ। जी जी ਉਦਾਂ ਸ਼ਬਦ ਹੈ ਪੁੱਤਰੀ। ठीक है जी ਤੇ ਆਪਣੇ 'ਚ ਕਿਹੜਾ ਬੰਦਾ ਜਿਹੜਾ ਪੁੱਤਰੀ ਨੂੰ ਪੁੱਤ ਕਵੇ? हाँ जी हाँ जी ਜੇ ਬਿੰਦੀ ਹੁੰਦੀ ਨਾ ਜੀ, ਫਿਰ ਆਉਣਾ ਸੀ ਪੁੱਤਰੀ। हाँ जी ਪੁੱਤਰੀ ਹੋ ਜਾਣਾ ਸੀ ਬਹੁ ਬਚਨ, ਵੀ ਦੋਨੇ ਪੁੱਤ, दोने पोता जी जी ਬਹੁ ਬਚਨ ਹੋ ਗਿਆ। जी जी ਜਿੱਥੇ ਆ ਗਿਆ ਪੁੱਤਰੀ, हाँ जी उत्थे एक ਧੀ ਨੂੰ ਪੁੱਤਰੀ ਨਹੀਂ ਕਹਿੰਦੇ, हाँ जी हाँ जी ਲੜਕੀ ਨੂੰ ਪੁੱਤਰੀ ਨਹੀਂ ਕਹਿੰਦੇ जी जी ਵੀ ਆਹ ਸਾਡਾ ਪੁੱਤਰ ਹੈ, ਆਹ ਸਾਡੀ ਪੁੱਤਰੀ ਹੈ, हाँ जी हाँ जी ਆਹ ਸਾਡਾ ਲੜਕਾ, ਆਹ ਸਾਡੀ ਲੜਕੀ ਹੈ, जी जी ਹੈਨਾ ਜੀ। ਕੁੜੀ ਸ਼ਬਦ ਨਾ ਵਰਤਿਆ ਕਰੋ ਕਦੇ ਵੀ, ਇਹ ਵਿਸ਼ਾ ਕਿਸੇ ਦਿਨ ਰੱਖੂੰਗਾ ਮੈਂ। ठीक है ਅਸੀਂ ਕਹਿੰਦੇ ਸਾਡੀ ਕੁੜੀ, हाँ जी ਕੁੜੀ ਸ਼ਬਦ ਬੜਾ ਮਾੜਾ ਸ਼ਬਦ ਹੈ। जी जी
ਹਨਾ ਜੀ। ਹੂੰ ਹੁਣ ਇੱਥੇ ਬਚਨ ਹੈ ਪੁੱਤਰੀ। ਤੁਸੀਂ ਹੁਣੇ ਫੋਨ ਫੋਲ ਲਓ ਆਪਣਾ, ਜੇ ਬਿੰਦੀ ਤੁਹਾਨੂੰ ਲੱਭੇ ਮੈਨੂੰ ਵੀ ਦੱਸਿਓ ਜੀ ਜੀ ਅਰਥ। ਜੇ ਤੁਸੀਂ ਇਹ ਕਹੋਗੇ ਵੀ ਅਰਥ ਇਦਾਂ ਕੀਤੇ ਆ, ਹਾਂਜੀ ਅਰਥ ਮੈਂ ਤੁਹਾਨੂੰ ਦਿਖਾ ਦੂੰ ਜੇ ਚ ਮੈਂ ਬੋਲ ਰਿਹਾ ਉਹ ਅਰਥ ਕੀਤੇ ਆ, ਜੀ 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 ਬਿਨਾਂ ਸਬੂਤਾਂ ਤੋਂ ਆਪਾਂ ਬੋਲਦੇ ਨਹੀਂ। ਜੀ ਜੀ ਹੁਣ ਇੱਥੇ ਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀ ਹੈ। ਉਹ ਆਪਣੀ ਜਿਹੜੀ ਵੇਦਨਾ ਦੱਸ ਰਹੇ ਆ ਵੀ ਮਹਾਰਾਜ ਜਿੱਦਣ ਸਾਡੀ ਧੀ ਵੀ ਸਾਨੂੰ ਜ਼ੋਰ ਲਾਉਂਦੀ ਸੀ ਜੀ 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 ਅਸੀਂ ਵੀ ਉਹਦਾ ਮਹਾਰਾਜ ਦਾ ਕਹਿਣਾ ਵੀ ਤੁਹਾਨੂੰ ਮੰਨਿਆ। ਬਚਨ ਆ, ਜਾਓ ਜਾ ਕੇ ਕੀਰਤਨ ਕਰੋ। ਹਾਂਜੀ ਹਾਂਜੀ ਮਹਾਰਾਜ ਆਪ ਤੁਹਾਨੂੰ ਲੈਣ ਆਏ ਆ, ਜਾ ਕੇ ਗੁਰਬਾਣੀ ਕੀਰਤਨ ਕਰੋ। ਜੀ 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 ਅਸੀਂ ਆਪਣੀ ਧੀ ਦਾ ਬਚਨ ਵੀ ਨਹੀਂ ਪੀਰੋਂ ਕੰਨ ਮੁਰਟੀਏ, ਅਸੀਂ ਉਹ ਧੀ ਦਾ ਵੀ ਉਦਣ ਬਚਨ ਕੰਨਾਂ ਪਿੱਛੇ ਮਾਰ ਲਿਆ ਜੀ ਤੇ ਮੁੜ ਕੇ ਫਲ ਕੀ ਪਾਇਆ? ਹਾਂਜੀ ਸਾਨੂੰ ਭਾਈ ਲੱਦਾ ਜੀ ਨੇ ਆ ਕੇ ਬਖਸ਼ਾਇਆ। ਠੀਕ ਹੈ ਜੀ ਇੱਥੇ ਬਚਨ ਉਹਨੇ ਆਪਣੀ ਵੇਦਨ ਲਿਖੀ ਆ। ਆਪਣੀ ਭਾਈ ਸੱਤੇ ਬਲਵੰਡੇ ਜੀ ਨੂੰ ਕੀ ਲੋੜ ਹੈ ਗੁਰੂ ਪੁੱਤਰਾਂ ਦੀ ਨਿੰਦਿਆ ਕਰਨਗੇ? ਉਹ ਸਾਡੇ ਵਰਗੇ ਆ। ਹੂੰ ਬਿੰਦੀ ਹੈ ਹੀ ਨਹੀਂ ਬਾਬਾ ਜੀ, ਬਾਠ ਸਾਹਿਬ, ਬਿੰਦੀ ਹੈ ਹੀ ਨਹੀਂ ਪੁੱਤਰੀ ਤੇ। ਇਹ ਨਾ ਕੋ ਟਕਸਾਲ ਨਹੀਂ ਲਾਉਣ ਦਿੰਦੀ। ਤੁਸੀਂ 300 ਸਾਲ ਪੁਰਾਤਨ ਸਰੂਪ ਹੱਥ ਲਿਖਤ ਅੱਜ ਵੀ ਹੈਗੇ ਆ ਆਪਣੇ ਕੋਲ, ਸੰਸਥਾਵਾਂ ਨੇ ਸੰਭਾਲੇ ਐ। ਠੀਕ ਹੈ ਤੁਸੀਂ ਉਹਨਾਂ ਦੇ ਉੱਤੇ ਜਾ ਕੇ ਗੁਰਬਾਣੀ ਦਾ ਸ਼ਬਦ ਚੈੱਕ ਕਰ ਲਓ। ਜੀ ਜੀ ਜਿਹੜੇ ਐਪ ਬਣੇ ਐ ਉਹ ਟਕਸਾਲ ਨੇ ਥੋੜੋ ਬਣਾਏ ਐ। ਗੁਰਬਾਣੀ ਸਰਚ ਹੈ, ਈਸ਼ਰ ਮੀਡੀਆ ਹੈ, ਉਹਦੇ ਵਿੱਚ ਬਿੰਦੀ ਕਿਤੇ ਨਹੀਂ ਹੈ, ਜੀ ਜੀ ਹਨਾ। ਤੇ ਹੁਣ ਪੂਰੇ ਜਪਜੀ ਸਾਹਿਬ ਦੇ ਵਿੱਚ ਇੱਕ ਬਿੰਦੀ ਹੈ। ਜੀ ਜੀ ਹੁਣ ਕਈ ਸਾਡੇ ਵੀਰ ਕਹਿਣਗੇ ਇੱਥੇ ਵੀ ਲਾਉਣੀ ਆ, ਉੱਥੇ ਵੀ ਲਾਉਣੀ ਆ, ਉੱਥੇ ਵੀ ਲਾਉਣੀ। ਹਾਂਜੀ ਹਾਂਜੀ ਵੀ ਕੀ ਗੱਲ ਬਈ, ਮਹਾਰਾਜ ਨੇ ਜੇ ਜਪਜੀ ਸਾਹਿਬ 'ਚ ਇੱਕ ਬਿੰਦੀ ਲਾਈ ਆ, ਜੀ ਜੀ ਬਾਕੀ ਥਾਂ ਤੇ ਕਿਹੜਾ ਸ਼ਾਹੀ ਹੈ ਨਹੀਂ ਸੀ ਉਹਨਾਂ ਕੋਲ? ਜੀ ਜੀ ਜਪਜੀ ਸਾਹਿਬ 'ਚ ਇੱਕੋ ਹੀ ਬਿੰਦੀ ਆਉਂਦੀ ਸੰਗਤ ਜੀ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਜੀ ਜੀ ਭਾਂਡਾ ਭੱਬੇ ਨੂੰ ਕੰਨਾ ਉੱਤੇ ਬਿੰਦੀ, ਡੱਡੇ ਨੂੰ ਕੰਨਾ, ਭਾਂਡਾ ਸ਼ਬਦ ਹੈ। ਹਾਂਜੀ ਉੱਥੇ ਇੱਕੋ ਬਿੰਦੀ ਪੂਰੇ ਜਪਜੀ ਸਾਹਿਬ 'ਚ ਹੈ। ਜੀ ਤੇ ਇਹਨਾਂ ਗੱਲਾਂ ਦੇ ਫਿਰ ਹੁਣ ਤੁਸੀਂ ਨੋਟ ਕਰੋਗੇ ਤਾਂ ਹੀ ਹੈ ਨਾ। ਤੁਸੀਂ ਪੁਰਾਤਨ ਸਰੂਪ ਵੀ ਚੈੱਕ ਕਰੋ, ਤਾਂ ਉਹ ਬਚਨ ਜਿਹੜਾ ਉਹ ਬਾਣੀ ਦਾ ਆਇਆ ਵੀ ਮਹਾਰਾਜ ਅਸੀਂ ਉਦੋਂ ਆਪਣੇ ਧੀ ਦਾ, ਆਪਣੀ ਪੁੱਤਰੀ ਦਾ ਵੀ ਬਚਨ ਨਾ ਮੰਨਿਆ। ਜਦੋਂ ਕਿਹਾ ਸੀ ਕਿ ਤੁਸੀਂ ਜਾਓ ਤੇ ਮਹਾਰਾਜ ਜੀ ਤੁਹਾਨੂੰ ਆਪ ਲੈਣ ਆਏ ਆ, ਅਸੀਂ ਕੰਨਾਂ ਪਿੱਛੇ ਉਹ ਬਚਨ ਮਾਰਿਆ ਆਪਣੀ ਧੀ ਦਾ ਵੀ ਤੇ ਮਹਾਰਾਜ ਦਾ ਵੀ, ਤੇ ਮੁੜ ਕੇ ਅਸੀਂ ਦੁੱਖ ਪਾਇਆ ਉਸ ਗੱਲ ਦਾ। ਉਹ ਤਾਂ ਫੇ ਆਪਣੀ ਗੱਲ ਮਹਾਰਾਜ ਲਿਖੀ, ਉਹ ਨਹੀਂ ਗੁਰੂ ਸਾਹਿਬ ਨੇ ਥੋੜੋ ਲਿਖੀ ਆ। ਹਰ ਇੱਕ ਨੂੰ ਹਾਂਜੀ ਦੇਖੋ, ਗੁਰੂ ਨਾਨਕ ਮਹਾਰਾਜ ਆਪ ਅਕਾਲ ਪੁਰਖ ਆ, ਹਾਂਜੀ ਹਨਾ ਜੀ। ਤੇ ਉਹਨਾਂ ਨੇ ਕਈ ਥਾਂ ਤੇ ਕੀ ਲਿਖਿਆ? ਨਾਨਕ ਨੀਚ ਕਹੈ ਵਿਚਾਰ। ਉਹਨੇ ਆਪਣੇ ਆਪ ਨੂੰ ਨੀਚ ਲਿਖਿਆ ਬਾਬਾ ਜੀ। ਹਾਂਜੀ ਹਾਂਜੀ ਉਹਨੇ ਇਹ ਥੋੜ੍ਹਾ ਕਿਹਾ ਫਲਾਨਾ ਨੀਚ। ਜੀ ਜੀ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਛਕਿਆ, ਹੋ ਸਕਦਾ ਬਾਬਾ ਜੀ ਇਹ ਵੀ ਤੁਹਾਡੀ ਗੱਲ ਦਰੁਸਤ ਆ, ਕਿਉਂਕਿ ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਵੱਖਰੀ ਵੱਖਰੀ ਗੱਲ ਲਿਖੀ ਆ। ਜੀ ਜੀ ਟੀਕਾ ਕਰਨ ਵਾਲਿਆਂ ਨੇ, ਮਨਜੀਤ ਸਿੰਘ ਜੀ ਲਿਖਦੇ ਆ ਵੀ ਪੁੱਤਰੀ ਭਾਈ ਸੱਤੇ ਤੇ ਬਲਵੰਡੇ ਪ੍ਰਥਾਏ ਵੀ ਵਰਤਿਆ ਗਿਆ ਹੋਊਗਾ, ਹਨਾ। ਹਾਂਜੀ ਵੀ ਉਹਨਾਂ ਪ੍ਰਥਾਏ ਬਾਣੀ 'ਚ ਵਰਤਿਆ ਗਿਆ ਉਹ ਵੀ, ਅਸੀਂ ਤੁਹਾਡੇ ਪੁੱਤਰ ਸੀ, ਅਸੀਂ ਵੀ ਤੁਹਾਡਾ ਕਹਿਣਾ ਨਹੀਂ ਮੰਨਿਆ। ਜੀ 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 ਵੀ ਮਹਾਰਾਜ ਸਾਨੂੰ ਇਸ ਗੱਲ ਦੀ ਵੀ ਇਹ ਵੀ ਹੋ ਵੀ ਤੁਸੀਂ ਸਾਨੂੰ ਲੈਣ ਗਏ ਸੀ, ਅਸੀਂ ਤੁਹਾਡਾ ਕਹਿਣਾ ਵੀ ਆਪਣੀਆਂ ਕੰਨਾਂ ਪਿੱਛੇ ਮਾਰ ਲਿਆ। ਹੁਣ ਮੈਂ ਗੱਲ ਕਰਨ ਲੱਗਾ ਸੀ, ਨਾਲੇ ਮਹਾਰਾਜ ਉੱਥੇ ਤਾਂ ਨਾਂ ਤਾਂ ਕਿਸੇ ਦਾ ਲਿਖਿਆ ਹੀ ਨਹੀਂ ਨਹੀਂ ਬਾਣੀ ਦੇ ਵਿੱਚ, ਨਾਂ ਥੋੜੀ ਲਿਖਿਆ। ਮੈਂ ਬਾਬਾ ਪਹਿਲਾਂ ਹੀ ਸ਼੍ਰੀ ਚੰਦ ਸਵਾਲ ਮਹਾਰਾਜ ਦਾ ਨਾਂ ਥੋੜੀ ਲਿਖਿਆ ਵਿੱਚ। ਪਹਿਲਾਂ ਹੀ ਸਵਾਲ ਕੀਤਾ ਸੰਗਤ ਨੂੰ ਵੀ ਮੈਨੂੰ ਦੱਸੋ, ਗੁਰੂ ਗ੍ਰੰਥ ਸਾਹਿਬ ਨਿੱਜੀ ਕਿਸੇ ਦੀ ਨਿੰਦਿਆ ਕਰ ਸਕਦੇ ਆ? ਫਿਰ ਸਾਡੇ 'ਚ ਫਰਕ ਕੀ ਰਹਿ ਗਿਆ ਜੀ? ਨਿੰਦਿਆ ਤਾਂ ਅਸੀਂ ਬਥੇਰੀ ਕਰੀ ਜਾਂਦੇ ਹਾਂ। ਜੇ ਗੁਰਬਾਣੀ ਵੀ ਕਿਸੇ ਦੀ ਨਿੰਦਿਆ ਕਰੂਗੀ ਪਰਸਨਲ, ਹਾਂਜੀ ਹਾਂਜੀ ਫਿਰ ਬਾਬੇ ਪਿਰਥੀ ਚੰਦ ਦੀ ਸਭ ਤੋਂ ਪਹਿਲਾਂ ਹੋਣੀ ਸੀ, ਜੀ 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 ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਪੋਥੀ ਸਾਹਿਬ ਦਰਜ ਕਰਵਾਏ ਪਹਿਲਾਂ, ਹਾਂਜੀ। ਤੇ ਸਭ ਤੋਂ ਵੱਡਾ ਦੁਸ਼ਮਣ ਹੀ ਪਿਰਥੀ ਚੰਦ ਸੀ ਉਸ ਵੇਲੇ, ਹਾਂਜੀ। ਹਨਾ ਜੀ। ਕਿਆ ਭਾਵਾਂ ਬਾਠ ਸਾਹਿਬ, ਇੱਕ ਓੰਕਾਰ, ਇੱਕ ਓੰਕਾਰ, ਇਹ ਸ਼ੁੱਧ ਇਦਾਂ ਉਚਾਰਨ ਕੀਤਾ ਜਾਂਦਾ। ਏਕਮਕਾਰ ਕਹਿਣਾ ਵੀ ਗਲਤ ਆ, ਏਕੰਕਾਰ ਕਹਿਣਾ ਵੀ ਗਲਤ ਆ, ਏਕਮਕਾਰ ਕਹਿਣਾ ਵੀ ਗਲਤ ਆ। ਏਕਮਕਾਰ ਦਾ ਤਾਂ ਕੁਝ ਹੋਰ ਹੀ ਬਣ ਜਾਂਦਾ। ਹਾਂਜੀ ਹਾਂਜੀ ਇੱਕ ਮਕਾਰ, ਮਕਾਰ ਕਹਿੰਦੇ ਆ ਗਦਾਰ ਨੂੰ, ਹਾਂਜੀ ਹਾਂਜੀ ਅਸੀਂ ਇੱਕ ਓੰਕਾਰ ਕਹਿਣ ਦੀ ਬਜਾਏ ਏਕਮਕਾਰ ਕਹਿਣ ਲੱਗੇ। ਮਕਾਰੀ ਹਾਂਜੀ ਇਹ ਵੀ ਗੱਲ ਦਾ ਖਿਆਲ ਰੱਖਣਾ ਚਾਹੀਦਾ। ਉਹ ਇੱਕੋ ਹੀ ਆ ਜੀ, ਪਰਮੇਸ਼ਰ ਇੱਕੋ ਹੀ ਆ, ਤਾਂ ਹੀ ਹਰ ਇੱਕ ਸ਼ਬਦ ਦੇ ਅੱਗੇ ਇੱਕ ਓੰਕਾਰ ਲਿਖਿਆ ਵੀ ਉਹ ਇੱਕ ਹੈ ਜੀ ਜੀ ਤੇ ਉਹਦੀ ਕਿਰਪਾ ਨਾਲ ਮਿਲਦਾ ਹੈ। ਗੁਰਵਿੰਦਰ ਸਿੰਘ ਪੁਰੇਵਾਲ ਜੀ ਕਹਿੰਦੇ ਕੋਈ ਵੀ ਧਰਮ ਆਪਣੇ ਧਰਮ ਤੇ ਕਿੰਤੂ ਪਰੰਤੂ ਨਹੀਂ ਕਰਦਾ, ਸਾਡੇ ਸਿੱਖ ਸਭ ਤੋਂ ਵੱਧ ਕਿੰਤੂ ਪਰੰਤੂ ਕਰਦੇ ਆ।
ਕੀ ਮਸੀ ਸਾਹਿਬ ਹੋਇਆ। ਨਹੀਂ ਇਦਾਂ ਨਾ ਜੀ, ਵੀਰ ਜੀ ਨੇ ਜੇ ਇਹ ਸਵਾਲ ਪੁੱਛਿਆ, ਇਹਦੇ ਨਾਲ ਹੋਰ ਕਿੰਨੀਆਂ ਸੰਗਤਾਂ ਦੇ ਵਿੱਚ ਇਹ ਗੱਲ ਗਈ ਹੋਊਗੀ, ਹੈ ਨਾ? ਗਈ ਸਾਰਿਆਂ ਨੂੰ ਸਮਝ ਆ ਗਈ ਹੋਊਗੀ। ਹਾਂਜੀ ਹਾਂਜੀ, ਹੋ ਸਕਦਾ ਉਹਨਾਂ ਨੂੰ ਵੀ ਸਮਝ ਆ ਗਈ। ਸੰਤ ਕਰਨਦਾਸ ਜੀ, ਮੈਂ ਇਹ ਬੇਨਤੀ ਕਰਨਾ ਬਾਬਾ ਜੀ, ਇੱਥੇ ਇਹ ਨਹੀਂ ਹੁੰਦਾ ਵੀ ਕੋਈ ਗੁਰੂ ਪੁੱਤਰਾਂ ਦੀ ਨਿੰਦਿਆ ਕਰਦਾ ਹੈ। ਆਪਾਂ ਅੱਜ ਦਾ ਲਾਈਵ ਇਸ ਕਰਕੇ ਰੱਖਿਆ ਬਾਬਾ ਜੀ ਵੀ ਜਿਹੜੇ ਕਰਦੇ ਆ ਉਹ ਤਾਂ ਕਰਦੇ ਹੀ ਆ। ਕਈ ਆਮ ਸੰਗਤ ਉਹ ਗੱਲਾਂ ਸੁਣ ਕੇ ਯਕੀਨ ਕਰ ਲੈਂਦੀ ਆ। ਬਸ ਗੱਲ ਤਾਂ ਉਹ ਹੀ ਆ। ਜਿਨ੍ਹਾਂ ਨੇ ਨਿੰਦਿਆ ਕਰਤੀ ਉਹਨਾਂ ਨੇ ਤਾਂ ਕਰਤੀ, ਉਹਨਾਂ ਨੇ ਤਾਂ ਜਾਣ ਕੇ ਕਰਤੀ, ਚਾਹੇ ਉਹਨਾਂ ਦਾ ਮਨੋਰਥ ਹੀ ਇਹ ਹੈ। ਆਪਾਂ ਤੇ ਆਮ ਸੰਗਤ ਦੀ ਗੱਲ ਮਨਾਂ ਚੋਂ ਜਾਣਨ ਵਾਸਤੇ ਗੱਲ ਕੀਤੀ ਆ ਵੀ ਜੇ ਤੁਹਾਡੇ ਮਨਾਂ 'ਚ ਸ਼ੰਕੇ ਆ, ਪੁੱਛੋ ਭਾਈ। ਹੁਣ ਵੀਰ ਜੀ ਨੇ ਪੁੱਛਿਆ, ਆਪਾਂ ਸਵਾਲ ਦਾ ਜਵਾਬ ਦਿੱਤਾ ਜੀ। ਜੀ ਜੀ, ਹਨਾ ਜੀ, ਹਿਸਾਬ ਦਾ ਰੱਖਿਓ ਕੰਮ, ਮੈਂ ਤੁਰਨ ਲੱਗਾ ਵੀ ਛੱਕ ਕੇ ਆਇਆ। ਤੋ ਬਾਬਾ ਸ਼੍ਰੀ ਚੰਦ ਸਾਹਿਬ, ਹੋਰ ਸੁਣੋ ਇੱਕ ਗੱਲ, 5 ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਜੀ। ਹਾਂਜੀ ਹਾਂਜੀ, 5 ਪਿਆਰੇ ਕੀ ਕਹਿੰਦੇ ਨੇ? ਰਾਮ ਰਾਈਏ, ਜੀ ਜੀ, ਗੰਗੂ ਸ਼ਾਹੀਏ, ਧੀਰ ਮੱਲੀਏ, ਜੀ ਜੀ, ਬਿਲਕੁਲ ਪਿਰਥੀ ਚੰਦੀਏ, ਹਾਂਜੀ ਹਾਂਜੀ, ਕੁੜੀ ਮਾਰ, ਨੜੀ ਮਾਰ। ਜੀ ਜੀ, ਇਹਨਾਂ ਨਾਲ ਰੋਟੀ ਬੇਟੀ ਦਾ ਰਿਸ਼ਤਾ ਨਹੀਂ ਰੱਖਣਾ। ਹਾਂਜੀ, ਹਨਾ ਜੀ, ਕਿਤੇ 5 ਪਿਆਰਿਆਂ ਨੇ ਕਿਹਾ ਹੋਵੇ ਬਾਬੇ ਸ਼੍ਰੀ ਚੰਦ ਨਾਲ ਕੋਈ ਕਿਸੇ ਨੇ ਰਿਸ਼ਤਾ ਨਹੀਂ ਰੱਖਣਾ? ਅੱਜ ਤੱਕ ਨਹੀਂ ਕਿਹਾ ਜੀ, ਕਿਤੇ ਨਹੀਂ ਕਿਹਾ। ਤੇ ਇੱਕ ਵੀਰ ਜੀ ਵਿੱਚ ਸਿੰਘ ਬਾਠ ਜੀ, ਬਾਬਾ ਸ਼੍ਰੀ ਚੰਦ ਜੀ ਨੇ ਵੀ ਬਾਣੀ ਨਾਲ ਜੋੜਿਆ ਸਾਰਿਆਂ ਨੂੰ। ਇਸ ਗੱਲ ਦਾ ਫਿਰ ਆਪ ਜੀ ਨੂੰ ਸ਼ਾਇਦ ਭੁਲੇਖਾ ਹੋਵੇ ਵੀ ਉਹਨੇ ਆਪਣੇ ਨਾਲ ਜੋੜਿਆ। ਡੇਰਾ ਬਾਬਾ ਨਾਨਕ, ਜੀ ਜੀ, ਨਾਨਕ ਚੱਕ, ਜੀ ਜੀ, 2 ਸ਼ਹਿਰ ਬਾਬਾ ਸ਼੍ਰੀ ਚੰਦ ਜੀ ਨੇ ਵਸਾਏ ਹੈ। ਜੀ ਜੀ, ਜੇ ਉਹਨਾਂ ਦਾ ਗੁਰੂ ਨਾਨਕ ਮਹਾਰਾਜ ਦੇ ਪ੍ਰਤੀ ਕੋਈ ਈਰਖਾ ਜਾਂ ਵਿਰੋਧ ਹੁੰਦਾ, ਜੀ, ਉਹ ਆਪਣਾ ਨਾਂ ਰੱਖਦੇ ਡੇਰਾ ਬਾਬਾ ਸ਼੍ਰੀ ਚੰਦ, ਚੱਕ ਬਾਬਾ ਸ਼੍ਰੀ ਚੰਦ। ਉਹਨਾਂ ਨੇ ਆਪਣੇ ਪਿਤਾ ਜੀ ਦੇ ਨਾਮ ਦੇ ਉੱਤੇ ਇਹ ਬਚਨ ਕੀਤੇ ਆ ਵੀ ਆ ਮੇਰੇ ਬਾਪੂ ਦੇ ਨਾਂ ਤੇ ਵਸਣਾ ਹੈ, ਜੀ ਜੀ, ਡੇਰਾ ਬਾਬਾ ਨਾਨਕ। ਹੋਰ ਸੁਣ ਲਓ ਬੇਨਤੀ, ਬਾਬਾ ਸ਼੍ਰੀ ਚੰਦ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਅੰਦਰ, ਵੀਰ ਜੀ ਦਾ ਇੱਕ ਸਵਾਲ ਵਿੱਚ ਆਇਆ ਸੀ ਉਹਨਾਂ ਦਾ ਵੀ ਨਗਨ ਹੋ ਜਾਓ ਸਾਰੇ। ਹਾਂਜੀ ਹਾਂਜੀ, ਆਪਾਂ ਸਵਾਲ ਪੁੱਛਿਆ ਸੀ ਵੀ ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਵੀ ਬਾਬਾ ਸ਼੍ਰੀ ਚੰਦ ਨਗਨ ਰਹੇ ਆ? ਨਹੀਂ, ਮੁੜ ਕੇ ਆਇਆ ਨਹੀਂ, ਕੋਈ ਗੱਲਬਾਤ ਨਹੀਂ ਆਈ, ਕਿਉਂਕਿ ਇਹੀ ਤਾਂ ਸਵਾਲ ਆ ਸਾਡੇ ਅੰਦਰ। ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਆਪਣੇ ਉੱਪਰ ਕੰਬਲੀ ਰੱਖੀ ਸਾਰੀ ਉਮਰ, ਹਾਂਜੀ ਹਾਂਜੀ, ਭਾਵਿਕ ਕੱਪੜਾ ਰੱਖਿਆ, ਲਗੋਟ ਉਹਨਾਂ ਨੇ ਲਾ ਕੇ ਰੱਖਿਆ। ਲਗੋਟ ਲਾਉਣਾ ਕਿੱਥੇ ਦੀ ਮਨ ਮਤ ਹੈ ਜੀ, ਮੈਨੂੰ ਦੱਸੋ, ਹਨਾ? ਲਗੋਟ ਉਹਨਾਂ ਸਮਿਆਂ 'ਚ ਸੀਗੇ ਹੀ, ਲਗੋਟ ਜ਼ਿਆਦਾ ਜੀਨ ਦੀਆਂ ਪੈਂਟਾਂ ਥੋੜੋ ਸੀ। ਸਾਡੇ ਬਜ਼ੁਰਗ ਲਾਉਂਦੇ ਰਹੇ ਹੁਣ ਤਾਂ। ਹਾਂਜੀ ਹਾਂਜੀ ਹਾਂਜੀ, ਬੱਬੂ ਢੀਂਡਸਾ ਜੀ, ਕੌਣ ਕਹਿੰਦਾ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਨੂੰ ਘਰੋਂ ਕੱਢਿਆ ਜੀ? ਜ਼ਰੂਰ ਦੱਸਿਓ ਆਪ ਜੀ। ਲਿਖਿਆ ਸਾਨੂੰ ਵੀ ਪੜਾ ਦਿਓ। ਨਹੀਂ, ਉਹਨਾਂ ਨੂੰ ਕਿਸੇ ਤੋਂ ਸੁਣਿਆ ਹੋਣਾ ਨਾ ਬੱਬੂ ਜੀ ਨੇ ਵੀ ਨਾਲੇ ਕਹਿੰਦੇ ਸੀ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਘਰੋਂ ਕੱਢਿਆ ਸੀ। ਕਿਹੜੀ ਗੱਲ ਤੋਂ ਕੱਢਿਆ ਸੀ? ਇਹ ਇੱਥੋਂ ਆਪਾਂ ਮਾਰ ਖਾ ਜਾਂਦੇ ਪਿਆਰਿਓ, ਮੇਰੇ ਭਰਾਵੋ, ਆਪਾਂ ਇੱਥੋਂ ਹੀ ਮਾਰ ਖਾਂਦੇ ਆ। ਅਸੀਂ ਸੁਣ ਕੇ ਸਿਰ ਹਿਲਾ ਕੇ ਘਰ ਨੂੰ ਚਲ ਜਾਈਦਾ। ਉਸੇ ਵੇਲੇ ਮਨ 'ਚ ਇਹ ਸਵਾਲ ਹੋਵੇ ਤਾਂ ਆਪਾਂ ਪੁੱਛੀਏ ਕਿ ਭਾਈ ਸਾਹਿਬ ਜੀ, ਮਹਾਰਾਜ ਨੇ ਕਦੋਂ ਘਰੋਂ ਕੱਢਿਆ, ਕਿਉਂ ਕੱਢਿਆ, ਕਿਸ ਵਜ੍ਹਾ ਤੋਂ ਕੱਢਿਆ? ਹਾਂਜੀ ਹਾਂਜੀ, ਮਹਾਰਾਜ ਬਦਖਲ ਕੌਣ ਕਰਦਾ ਹੁੰਦਾ ਜੀ, ਜੇ ਨਾ ਆਪਣੀ ਜਾਇਦਾਦ ਆਪਣੇ ਦੂਜੇ ਮੁੰਡੇ ਨੂੰ ਦੇਣੀ ਹੋਵੇ? ਚੱਲ ਦਾ ਆਪਾਂ ਅਖਬਾਰਾਂ 'ਚ ਦੇਖਦੇ ਨਾ, ਹਾਂਜੀ ਹਾਂਜੀ, ਵੀ ਮੈਂ ਫਲਾਨਾ ਸਿੰਘ, ਫਲਾਨਾ ਮੇਰਾ ਪੁੱਤ, ਹਾਂਜੀ ਹਾਂਜੀ, ਉਹ ਮੇਰੇ ਕਹਿਣੇ 'ਚ ਨਹੀਂ, ਮੈਂ ਉਹਨੂੰ ਆਪਣੀ ਅਚਲ ਜਾਇਦਾਦ 'ਚੋਂ ਬੇਦਖਲ ਕੀਤਾ, ਹਾਂਜੀ ਹਾਂਜੀ, ਘਰੋਂ ਕੱਢ ਦਿੱਤਾ ਜੀ। ਜੀ ਜੀ, ਉਹ ਪਿਆਰਿਓ, 25 ਪਿੰਡਾਂ ਦੇ ਪਟਵਾਰੀ ਗੁਰੂ ਨਾਨਕ ਮਹਾਰਾਜ ਦੇ ਪਿਤਾ ਜੀ ਸ਼੍ਰੀ ਕਲਿਆਣ ਚੰਦ ਮਹਿਤਾ ਜੀ, ਜੀ ਜੀ, 25 ਪਿੰਡਾਂ ਦੇ ਪਟਵਾਰੀ, ਹਾਂਜੀ, ਇੱਕ ਪਿੰਡ ਦਾ ਪਟਵਾਰੀ ਮਾਣ ਨਹੀਂ ਅੱਜ, 25 ਪਿੰਡਾਂ ਦੇ ਪਟਵਾਰੀ, ਇੱਕੋ ਇੱਕ ਉਹਨਾਂ ਦਾ ਪੁੱਤ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ। ਕਿੱਡੀ ਵੱਡੀ ਜਾਇਦਾਦ ਦੇ ਮਾਲਕ ਸੀ ਸ਼੍ਰੀ ਕਲਿਆਣ ਚੰਦ ਜੀ। ਸਰਕਾਰੇ ਦਰਬਾਰੇ ਪਹੁੰਚ, ਜੀ ਜੀ, ਬਾਬੇ ਨਾਨਕ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਮਾਰ ਕੇ ਲੱਤ ਨਾ 25 ਪਿੰਡਾਂ ਦੀ ਪਟਵਾਰੀ ਨੂੰ, ਹਾਂਜੀ ਹਾਂਜੀ, ਤੇ ਭਗਮਾ ਬਾਣਾ ਪਾ ਕੇ ਤਾਂ ਤੁਰੇ ਸੀ ਲੋਕਾਂ ਨੂੰ ਤਾਰਨ ਵਾਸਤੇ। ਹਾਂਜੀ ਹਾਂਜੀ, ਸਿੰਘ ਬਾਠ ਜੀ ਕਹਿੰਦੇ ਆ ਜੀ, ਵੈਸੇ ਵੀ ਕਸ਼ਹਿਰੇ ਮਹਿੰਗੇ ਬਹੁਤ ਹੋ ਗਏ, ਕੱਪੜਾ ਜ਼ਿਆਦਾ ਲੱਗਦਾ, ਹੁਣ ਲੰਗੋਟ ਬਣਵਾ ਲੈਣੇ।
ਫਿਰ ਇੱਥੋਂ ਹੀ ਤਾਂ ਤੁਹਾਨੂੰ ਅਸੀਂ ਕਹਿੰਨੇ ਆ ਵੀ ਜੇ ਅਸੀਂ ਕੁਝ ਬੋਲੀਏ ਤੁਸੀਂ ਫਿਰ ਕਹਿਣਾ ਇਹ ਬੋਲਦੇ ਹੋਰ ਤਰ੍ਹਾਂ ਆ। ਉਦੋਂ ਕਛਹਿਰੇ ਸੀਗੇ, ਇਹ ਤਾਂ 10ਵੇਂ ਪਾਤਸ਼ਾਹ ਨੇ ਦਿੱਤੇ ਆ। ਉਦੋਂ ਸੀਗੇ ਕਛਹਿਰੇ ਜੀ, ਮੈਨੂੰ ਦੱਸੋ। ਕਿਉਂ ਜੀ? ਉਹ ਤਾਂ ਫਿਰ ਨਾ ਮੰਨਣ ਵਾਲੀ ਗੱਲ ਹੈ। ਇਹ ਤਾਂ ਮੈਂ ਨਾ ਮਾਨੂੰ ਆ ਵੀ ਹੁਣ ਜੇ ਉਸ ਗੱਲ ਦਾ ਜਵਾਬ ਮਿਲ ਗਿਆ, ਹਾਂਜੀ ਹਾਂਜੀ, ਹੁਣ ਸਾਨੂੰ ਕੋਈ ਗੱਲ ਨਹੀਂ ਆਉਂਦੀ, ਹੁਣ ਅਸੀਂ ਕੋਲੋਂ ਗੱਲਾਂ ਬਣਾਈ ਚੱਲੋ, ਹਾਂਜੀ ਹਾਂਜੀ, ਹੈਨਾ। ਇੱਥੋਂ ਵਿਦਵਾਨੀ ਦਾ ਪਤਾ ਲੱਗਦਾ ਨਾ ਪਿਆਰਿਓ। ਤੁਸੀਂ ਮੇਰੇ ਦੱਸੀ ਗੱਲ ਨੂੰ ਕੱਟੋ, ਫਿਰ ਮੈਂ ਉਹਦਾ ਜਵਾਬ ਦਊਂ। ਤੁਸੀਂ ਹੁਣ ਲੈ ਤੁਰੇ ਕਛਹਿਰੇ ਮਹਿੰਗੇ ਹੋ ਗਏ ਜੀ, ਕੱਪੜਾ ਲੱਗਦਾ ਜੀ, ਮੈਂ ਇਹ ਤਾਂ 10ਵੇਂ ਪਾਤਸ਼ਾਹ ਨੇ ਦਿੱਤੇ ਆ ਜੀ। ਜੀ ਜੀ, ਕਿੱਥੇ ਬਾਬਾ ਸ਼੍ਰੀ ਚੰਦ ਜੀ ਦਾ ਸਮਾਂ, ਕਿੱਥੇ 10ਵੇਂ ਪਾਤਸ਼ਾਹ ਨੇ ਫਿਰ ਅੰਮ੍ਰਿਤ ਦੀ ਦਾਤ ਦੇ ਕੇ ਕਛਹਿਰੇ ਜਿਹੜੇ ਆ ਗੁਰੂ ਸਾਹਿਬ ਨੇ ਬਖਸ਼ੇ ਆ। ਹੈ ਨਾ ਜੀ। ਲੈ ਲਓ ਪ੍ਰਸ਼ਾਦਾ ਠੰਡਾ। ਨਹੀਂ ਮੈਨੂੰ ਕੋਈ ਪਰਵਾਹ ਨਹੀਂ ਜੀ। ਮੈਂ ਤਾਂ ਵੀਰ ਨੂੰ ਇਹ ਕਹਿਣਾ ਵੀ ਇਹ ਤਾਂ ਉਹ ਗੱਲ ਆ ਵੀ ਹੁਣ ਸਾਨੂੰ ਹੋਰ ਕੋਈ ਗੱਲ ਨਹੀਂ ਆਉਂਦੀ ਤਾਂ ਹੋਰ ਪਾਸੇ ਨੂੰ ਗੱਲ ਭਟਕਾ ਦਿਓ, ਅਸੀਂ ਭਟਕਣਾ ਨਹੀਂ, ਭਾਵੇਂ ਗਾਲਾਂ ਕੱਢੀ ਚੱਲੋ। ਤੁਸੀਂ ਅੱਗੇ ਗੱਲ ਛੋੜੋ ਜੀ। ਨਹੀਂ ਬੱਬੂ ਜੀ, ਇਹ ਵੀ ਫਿਰ ਭੁਲੇਖਾ ਆਪ ਜੀ ਨੂੰ। ਬੱਬੂ ਜੀ ਕਹਿੰਦੇ ਆ ਵੀ ਦੱਸਦੇ ਆ ਵੀ ਗੁਰੂ ਜੀ ਕਹਿੰਦੇ ਸੀ ਕਿ ਸਿੱਖ ਧਰਮ ਜੰਗਲਾਂ 'ਚ ਰਹਿ ਕੇ ਨਹੀਂ, ਗ੍ਰਸਤੀ ਵਿੱਚ ਰਹਿਣਾ, ਇਸ ਲਈ ਉਹਨਾਂ ਨੇ ਨਾਰਾਜ਼ ਸੀਗੇ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਬਦਖਲ ਕੀਤਾ। ਧਿਆਨ ਨਾਲ ਸੁਣਿਓ। ਜੀ ਜੀ, ਭਾਈ ਗੁਰਦਾਸ ਜੀ ਨਹੀਂ ਵਿਆਹੇ ਹੋਏ ਸੀਗੇ, ਹਾਂਜੀ ਹਾਂਜੀ, ਜਿਨ੍ਹਾਂ ਨੇ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਸਾਹਿਬ ਨੂੰ ਮਹਾਰਾਜ ਨੇ ਉਚਾਰਨ ਕੀਤਾ ਤੇ ਉਹਨਾਂ ਨੇ ਲਿਖਿਆ ਜੀ ਜੀ, 5ਵੇਂ ਪਾਤਸ਼ਾਹ ਵੇਲੇ। ਜੀ ਭਾਈ ਗੁਰਦਾਸ ਜੀ ਵਿਆਹੇ ਹੋਏ ਨਹੀਂ ਸੀਗੇ। ਜੀ ਜੀ, ਤੇ ਕੀ ਮੈਨੂੰ ਦੱਸੋ, ਗੁਰੂ ਨਾਨਕ ਮਹਾਰਾਜ ਉਹਨਾਂ ਨਾਲ ਨਾਰਾਜ਼ ਸੀਗੇ? 5ਵੇਂ ਪਾਤਸ਼ਾਹ ਉਹਨਾਂ ਨਾਲ ਨਾਰਾਜ਼ ਸੀਗੇ? ਉਹ ਕਿਹੜਾ ਵਿਆਹੇ ਹੋਏ ਸੀਗੇ ਜੀ? ਵਿਆਹੇ ਤਾਂ ਭਾਈ ਗੁਰਦਾਸ ਜੀ ਵੀ ਨਹੀਂ, ਜਿਨ੍ਹਾਂ ਨੂੰ ਗੁਰੂ ਘਰ ਦੇ ਬਾਬਾ ਜੀ ਵੇਦ ਵਿਆਸ ਦਾ ਅਹੁਦਾ ਮਿਲਿਆ ਆ। ਜੀ ਜੀ ਜੀ, ਗੁਰੂ ਘਰ ਦੇ ਵੇਦ ਵਿਆਸ, ਹਾਂਜੀ ਹਾਂਜੀ, ਉਹ ਵੀ ਨਹੀਂ ਸੀ ਵਿਆਹੇ ਹੋਏ। ਤੇ ਜੰਗਲਾਂ ਦੇ ਵਿੱਚ ਪਤਾ ਕੀ ਹੈ ਜੀ, ਮੈਂ ਤੁਹਾਨੂੰ ਹੋਰ ਦੱਸਦਾ ਇੱਕ ਗੱਲ। ਤੁਸੀਂ ਲੜੋ ਨਾ ਵਿੱਚੋਂ ਭਾਈ, ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਜੇ ਬਾਠ ਸਾਹਿਬ ਨਹੀਂ ਮੰਨਦੇ ਤਾਂ ਆਪਾਂ ਨੂੰ ਕੀ, ਬਹੁਤ ਲੋਕ ਆ ਜਿਹੜੇ ਨਹੀਂ ਮੰਨਦੇ, ਆਪਾਂ ਮਨਾਉਣੇ ਥੋੜੋ ਆ। ਆਪਾਂ ਤਾਂ ਸਵਾਲਾਂ ਦੇ ਜਵਾਬ ਦੇਣ ਨੂੰ ਬੈਠੇ ਆ, ਆਪਾਂ ਦੇ ਵੀ ਦਿੱਤਾ ਹੈ। ਹੁਣ ਉਹ ਤੋਂ ਅਗਲਾ ਸਵਾਲ ਕਰਨਾ, ਆਪਾਂ ਦੇ ਦਿਆਂਗੇ ਜਵਾਬ। ਵਿੱਚ ਤੁਸੀਂ ਕਾਹਨੂੰ ਉਧਰ ਨੂੰ ਜਾਂਦੇ ਹੋ? ਕੋਈ ਨਾ ਜਵਾਬ ਦਿਓ ਉਹਨਾਂ ਨੂੰ। ਕਿਸੇ ਨੂੰ ਕਿਸੇ ਨੇ ਮਾੜਾ ਨਹੀਂ ਬੋਲਣਾ। ਅੱਜ ਜੇ ਬਾਠ ਸਾਹਿਬ ਆਪਾਂ ਗੱਡੀਆਂ 'ਚ ਸਫ਼ਰ ਕਰਦੇ ਆਂ ਤੇ ਮਹਾਰਾਜ ਸਮੇਂ ਤਾਂ ਫਿਰ ਗੱਡੀਆਂ ਹੈ ਨਹੀਂ ਸੀ। ਫਿਰ ਆਪਾਂ ਕੱਲ ਨੂੰ ਕਿੰਤੂ ਸਾਡੇ ਲੋਕ ਕਰਨਗੇ ਵੀ ਉਹ ਐਵੇਂ ਤੁਰ ਕੇ ਗਏ ਹੋਣਗੇ, ਉਹ ਕਿੱਦਾਂ ਤੁਰ ਕੇ ਗਏ ਹੋਣਗੇ, ਐਦਾਂ ਐਵੇਂ ਵੀ ਗੁਰੂ ਨਾਨਕ ਮਹਾਰਾਜ ਨੇ ਇੰਨੇ 1000 ਕਿਲੋਮੀਟਰ ਤੈਅ ਕਰ ਲਿਆ। ਇਹ ਕਿੱਦਾਂ ਹੋ ਸਕਦਾ ਜੀ? ਕਿਉਂਕਿ ਆਪਾਂ ਗੱਡੀਆਂ ਦੇ ਹਿਸਾਬ ਨਾਲ ਦੇਖਣਾ। ਮੈਂ ਫਿਰ ਬੇਨਤੀ ਕੀਤੀ ਆ ਵੀ ਤੁਹਾਡੇ ਪੁੱਤਰੀ ਕੌਲ ਨਾ ਪਾਲਿਓ ਦਾ ਮੈਂ ਜਵਾਬ ਦੇ ਦਿੱਤਾ। ਹੋਰ ਅਗਲੀ ਕੋਈ ਗੱਲ ਹੈ ਤਾਂ ਪੁੱਛੋ ਆਪ ਜੀ। ਕਿਉਂ ਜੀ? ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਬਰਾਤ ਗਈ ਆ, ਬਾਬਾ ਸ਼੍ਰੀ ਚੰਦ ਜੀ ਤਾਂ ਉਦੋਂ ਵੀ ਨਾਲ ਗਏ ਆ। ਮੌ ਸਾਹਿਬ ਬਿਲਗੇ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਆ, ਬਹੁਤ ਵੱਡਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਹੋਇਆ, ਬਾਬਾ ਸ਼੍ਰੀ ਚੰਦ ਜੀ ਉੱਥੇ ਵੀ ਗਏ ਆ। ਤੀਜੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਨੂੰ ਭੇਟ ਕੀਤਾ, ਬਾਬਾ ਸ਼੍ਰੀ ਚੰਦ ਜੀ ਨੂੰ। ਜੀ ਜੀ, ਛੇਵੇਂ ਪਾਤਸ਼ਾਹ ਨੇ ਭਾਈ ਬਾਬਾ ਗੁਰਦੱਤਾ ਜੀ ਨੂੰ ਭੇਟ ਕੀਤਾ। ਇੱਕ ਵੀ ਗੱਲ ਦੱਸੋ ਨਾ। ਬਿਲਕੁਲ ਜਸਵੀਰ ਸਿੰਘ ਜੀ, ਮੈਂ ਤੁਹਾਨੂੰ ਦੱਸਦਾ, ਜਿਹੜੇ ਉਦਾਸੀ ਸਾਧੂ ਆ ਨਾ ਜੀ, ਉਦਾਸੀ ਸਾਧੂਆਂ ਨੇ, ਹੁਣ ਦੇਖੋ ਆਪਾਂ ਅੱਜ ਦੇ ਸਮੇਂ 'ਚ ਗੱਲ ਕਰਦੇ ਆਂ, ਆਪਾਂ ਅੱਜ ਦੇ ਸਮੇਂ 'ਚ ਦੇਖਦੇ ਆਂ, ਆਪਾਂ ਨੂੰ ਅੰਮ੍ਰਿਤਸਰ ਸਾਹਿਬ ਜਾਣਾ ਸੌਖਾ, ਆਪਾਂ ਜਾ ਕੇ ਦਰਸ਼ਨ ਕਰਕੇ ਆ ਜਾਂਦੇ ਆਂ। ਜੀ ਜੀ, ਹੁਣ ਆ ਲੋਕਡਾਊਨ ਲੱਗਾ ਸੀ ਨਾ, ਸੰਗਤ ਕਿਦਾਂ ਤਰਸਦੀ ਸੀ ਜੀ ਵੀ ਦਰਸ਼ਨ ਕਰਕੇ ਆਈਏ ਹਾਂਜੀ ਹਾਂਜੀ, ਗੁਰੂ ਘਰ ਦੇ।
ਉਹ ਸਮਾਂ ਜਦੋਂ ਸਿੰਘ ਜੰਗਲਾਂ 'ਚ ਰਹਿੰਦੇ ਸੀ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਤਾਂ ਛੋਲੇ ਖਾ ਕੇ ਗੁਜ਼ਾਰਾ ਕਰਦੇ ਸੀ। ਜੀ ਜੀ ਉਦੋਂ ਗੁਰੂ ਘਰਾਂ ਦੀ ਸੰਭਾਲ ਉਦਾਸੀ ਸਾਧੂਆਂ ਨੇ ਕੀਤੀ ਸੀ। ਜੀ ਜੀ ਮੈਨੂੰ ਦੱਸੋ ਬਾਠ ਸਾਹਿਬ, ਜਿਹੜੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੇ 2 ਨਿਸ਼ਾਨ ਸਾਹਿਬ ਲਾਏ ਆ, ਸਭ ਤੋਂ ਪਹਿਲੀ ਵਾਰ ਉਹ ਸੇਵਾ ਕਿਹਨੇ ਕੀਤੀ ਸੀ? ਜਿਹੜੇ ਮੀਰੀ ਪੀਰੀ ਦੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਲੱਗੇ ਆ, ਉਹ ਸੇਵਾ ਕਿਹਨੇ ਕੀਤੀ ਆ? ਸ਼੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਵਿੱਚ ਜਲ ਦੀ ਹੰਸਲੀ ਪੁੱਟ ਕੇ ਲਿਆਂਦੀ ਗਈ ਦਰਿਆ ਤੋਂ, ਸਤਲੁਜ ਤੋਂ ਜੀ। ਹਾਂਜੀ ਹਾਂਜੀ, ਨਹੀਂ ਸਤਲੁਜ ਥੋੜਾ ਜਿਹਾ ਭੁਲੇਖਾ ਆ, ਕਿਸੇ ਦਰਿਆ ਚੋਂ ਹੀ ਲਿਆਂਦੀ ਆ। ਉਹ ਦਰਿਆ ਚੋਂ ਜਿਹੜੀ ਹੰਸਲੀ ਪੁੱਟ ਕੇ ਲਿਆਂਦੀ ਸ਼ਾਇਦ ਸਤਲੁਜ ਹੀ ਹੈ ਜੀ। ਹਾਂਜੀ ਹਾਂਜੀ ਉਹ ਸਭ ਤੋਂ ਪਹਿਲੀ ਵਾਰ ਹੰਸਲੀ ਕਿਹਨੇ ਪੁੱਟ ਕੇ ਲਿਆਂਦੀ ਹਰਮੰਦਰ ਸਾਹਿਬ ਲਈ? ਆਪਾਂ ਦੱਸ ਦਈਏ? ਦੱਸਣਾ ਹੀ ਪੈਣਾ ਹੁਣ। ਸਭਾ ਮੀਰੀ ਪੀਰੀ ਦੇ ਸਭ ਤੋਂ ਪਹਿਲੇ ਨਿਸ਼ਾਨ ਸਾਹਿਬ ਜੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਉਦਾਸੀ ਸਾਧੂਆਂ ਦੀ ਡਿਊਟੀ ਲਾਈ ਸੀ ਜੀ ਜੀ ਵੀ ਜਾਓ ਅਸਾਮ ਦੇ ਜੰਗਲਾਂ ਚੋਂ ਚੀਲ ਦੇ ਦਰਖਤ ਵੱਢ ਕੇ ਲਿਆਓ। ਜੀ 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 ਹੁਣ ਅੱਜ ਲੋਹੇ ਦੇ ਪੈਪ ਲੱਗਦੇ ਆ ਨਿਸ਼ਾਨ ਸਾਹਿਬ, ਉਦੋਂ ਲੱਕੜ ਦੇ ਲੱਗਦੇ ਸੀ ਬਾਬਾ ਜੀ। ਜੀ ਜੀ ਹੁਣ ਤੱਕ ਲੱਕੜ ਦੇ ਲੱਗਦੇ ਰਹੇ ਜੀ। ਨਹੀਂ, ਆਪਾਂ ਤੁਹਾਡੇ ਨਾਲ ਬਹਿਸਦੇ ਨਹੀਂ ਵੀਰ ਜੀ, ਮੈਂ ਤਾਂ ਜਵਾਬ ਦਿੰਦਾ ਤੁਹਾਡੇ ਨਾਲ। ਬਾਬਾ ਸ਼੍ਰੀ ਚੰਦ ਜੀ ਨੇ ਮੌਨ ਤਾਂ ਰੱਖਿਆ ਹੀ ਨਹੀਂ ਕਦੇ ਜ਼ਿੰਦਗੀ 'ਚ। ਨਹੀਂ, ਆਪਾਂ ਭਰਾ ਜੀ ਸਾਰੇ, ਆਪਾਂ ਕਿਸੇ ਨਾਲ ਵੀ ਕੋਈ ਉੱਚੀ ਨੀਵੀਂ ਗੱਲ ਨਹੀਂ ਕਰਨੀ, ਆਪਾਂ ਸਵਾਲਾਂ ਦੇ ਜਵਾਬ ਦੇਣੇ ਆ। ਗੁਰੂ ਨਾਨਕ ਮਹਾਰਾਜ ਤਾਂ ਕਹਿੰਦੇ ਆ, ਬਾਬਾ ਫਰੀਦ ਸਾਹਿਬ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਜੀ 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 ਤਾਂ ਗੁਰੂ ਸਾਹਿਬ ਹੀ ਈਰਖਾ ਕਰਦੇ ਆਪਣੇ ਪੁੱਤਰਾਂ ਨਾਲ। ਨਾਲੇ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਬਾਰੇ ਕੋਈ ਤਾਂ ਗੱਲ ਦੱਸੋ ਵੀ ਉਹਨਾਂ ਨੂੰ ਮਹਾਰਾਜ ਨੇ ਬਦਖਲ ਕਿਉਂ ਕੀਤਾ? ਹਾਂਜੀ, ਸੁਖਦੇਵ ਸਿੰਘ ਜੀ ਬਿਲਕੁਲ ਠੀਕ ਹੈ ਜੀ, ਰਾਵੀ ਦਰਿਆ ਚੋਂ ਲਿਆਂਦੀ ਸੀ ਹੰਸਲੀ। ਠੀਕ ਹੈ ਜੀ, ਧੰਨਵਾਦ, ਮੈਨੂੰ ਇਹੀ ਭੁਲੇਖਾ ਸੀ ਜੀ। ਨਹੀਂ, ਸੁਖਦੇਵ ਸਿੰਘ ਜੀ ਠੀਕ ਹੈ ਜੀ, ਰਾਵੀ ਦਰਿਆ ਚੋਂ ਲਿਆਂਦੀ ਸੀ। ਰਾਵੀ ਪਾਕਿਸਤਾਨ 'ਚ ਰਹਿ ਗਿਆ ਹੁਣ, ਉਦੋਂ ਤਾਂ ਇੱਕੋ ਹੀ ਸੀ ਸਾਰਾ। ਪ੍ਰਸ਼ਾਦਾ ਛਕਣਾ ਜੀ ਕਿਸੇ ਨੇ ਚਾਹ ਨਾਲ? ਬੱਦਲ ਵੀ ਸਾਨੂੰ ਦੇਗਾ, ਘੁੰਮੀ ਜਾਂਦਾ। ਬਾ ਇੰਨੀਆਂ ਇਹੀ ਗੱਲਾਂ ਆ ਜੀ, 2-3। ਉਹ ਬਦਖਲ ਸਨ, ਉਹ ਨਲਾਇਕ ਸਨ, ਜੀ ਜੀ ਉਹਨਾਂ ਨੂੰ ਘਰੋਂ ਕੱਢਤਾ ਸੀ। ਇਹੀ ਗੱਲਾਂ ਦੇ ਅਸੀਂ ਸਵਾਲ ਪੁੱਛਦੇ ਵੀ ਲਿਖਿਆ ਕਿੱਥੇ, ਸਾਨੂੰ ਯਾਰ ਦੱਸੋ। ਸਾਤੋਂ ਸ਼ਾਇਦ ਪੜ੍ਹਨ ਨੂੰ ਰਹਿ ਗਿਆ। ਹਾਂਜੀ ਹਾਂਜੀ ਕੋਈ ਇੱਕ ਕੰਮ ਦੱਸ ਦਿਓ ਇਤਿਹਾਸ 'ਚ ਜਿੱਥੇ ਗੁਰੂ ਘਰ ਦੀ ਵਿਰੋਧਤਾ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਜੀ, ਕਿਸੇ ਲਈ ਬਾਬਾ ਸ਼੍ਰੀ ਚੰਦ ਵੱਲੋਂ ਕੋਈ ਵਿਰੋਧ ਹੋਇਆ ਹੋਵੇ, ਦੱਸੋ। ਮੈਂ ਦੱਸ ਹਟਿਆ ਜੀ ਵੀ 6ਵੇਂ ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੀ ਬਾਹ ਫੜਾਤੀ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਇਹ ਤੁਹਾਡੇ ਕੋਲ ਰਹੂਗਾ। ਜੀ ਜੀ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਜੀ ਜੀ ਆਜੋ ਰਾਜਵੀਰ ਸਿੰਘ ਜੀ, ਚਾਹ ਛਕਾ ਦਿਓ ਕਹਿੰਦੇ। ਇਹ ਵਰ ਕਿਹਨੇ ਦਿੱਤਾ ਸੀ ਜੀ? ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਨਹੀਂ ਬਾਠ ਸਾਹਿਬ, ਆਪਾਂ ਭਰਾ ਆ ਸਾਰੇ, ਨਾ ਕਿਸੇ ਨੂੰ ਚੁੱਭਣਾ ਚਾਹੀਦਾ। ਕੋਈ
ਆਪਾਂ ਤਾਂ ਪਹਿਲਾਂ ਹੀ ਕਹਿਤਾ ਸੀ ਸ਼ੁਰੂ 'ਚ ਹੀ ਬਈ ਆਪਾਂ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਅੱਜ ਬੈਠੇ ਆ। ਜੇ ਕਿਸੇ ਦੇ ਮਨ 'ਚ ਕੋਈ ਗੱਲ ਆ ਸ਼ੱਕ, ਤੇ ਮੈਂ ਸਾਰਿਆਂ ਵੀਰਾਂ ਨੂੰ ਵੀ ਕਹਿਣਾ ਵੀ ਦੇਖੋ ਇਹ ਆਪਣਾ ਇੱਕ ਪਰਿਵਾਰ ਆ, ਫੇਸਬੁੱਕ ਪਰਿਵਾਰ, ਕਿਉਂਕਿ ਹਰ ਕਿਸੇ ਦੇ ਮਨ 'ਚ ਸ਼ੰਕੇ ਹੁੰਦੇ ਆ। ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਜੀ, ਅਸੀਂ ਵੀ ਪਹਿਲਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਵਾਸਤੇ ਉਹੀ ਸੋਚਦੇ ਸੀ ਜੋ ਬਾਕੀ ਸੋਚਦੇ। ਜੀ ਜੀ ਬਾਬਾ ਇਹ 'ਚ ਕੋਈ ਝੂਠ ਨਹੀਂ ਹੈਗਾ। ਭਾਵੇਂ ਅਸੀਂ ਫਿਰ ਖੋਜ ਕੀਤੀ ਜੀ ਇਤਿਹਾਸ ਦੀ, ਅਸੀਂ ਜਾ ਕੇ ਦੇਖਿਆ। 2 ਦਿਨ ਲੱਗੇ ਆਪਾਂ ਨੂੰ। ਹਾਂਜੀ ਹਾਂਜੀ ਸੁਖਜਿੰਦਰ ਸਿੰਘ ਜੀ, ਬਿਲਕੁਲ। ਇੱਥੇ ਨਾ ਥੋੜਾ ਜਿਹਾ ਸਾਡੇ ਪ੍ਰਚਾਰਕਾਂ ਦੀ ਵੀ ਗਲਤੀ ਆ, ਜਿਹੜੇ ਇਹ ਕਹਿ ਦਿੰਦੇ ਨਾ ਕਿ ਬਾਣੀ ਰੁਕ ਗਈ ਸੀ 5ਵੇਂ ਪਾਤਸ਼ਾਹ ਜੀ ਦੀ। ਜੀ 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 ਨਹੀਂ, ਕੁਛ ਨਹੀਂ ਸੀ ਹੋਇਆ ਇਦਾਂ ਦਾ, ਬਾਣੀ ਰੁਕੀ ਨਹੀਂ ਸੀ। 5ਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰੀ ਜੀ ਜੀ ਤੇ ਬਾੜ ਸਾਹਿਬ ਮਹਾਰਾਜ ਗਏ ਸੀ, 6 ਮਹੀਨੇ ਰਹੇ ਉੱਥੇ। ਜੀ ਥੰਮ ਅੱਜ ਵੀ ਹੈਗਾ। ਬੱਬੂ ਜੀ, ਕਲਾ ਤਾਂ ਗੁਰੂ ਨਾਨਕ ਮਹਾਰਾਜ ਨੇ ਵੀ ਦਿਖਾ ਲਈਆਂ ਜੀ। ਹੁਣ ਇਹ ਵੀ ਇੱਕ ਆਪਣੇ 'ਚ ਵੱਡਾ ਭੁਲੇਖਾ ਆ, ਕਲਾ ਤੇ ਕਰਾਮਾਤ। ਜੀ ਜੀ ਇਹ ਜੀ ਬਹੁਤ ਵੱਡਾ ਭੁਲੇਖਾ ਸੰਗਤ ਦੇ ਵਿੱਚ। ਹਾਂਜੀ ਹਾਂਜੀ ਕਰਾਮਾਤ ਹੁੰਦੀ ਹੈ ਕਿਸੇ ਨੂੰ ਡਰਾਉਣਾ ਤੇ ਆਪਣੇ ਚਰਨਾਂ ਤੇ ਝੁਕਾਉਣਾ। ਆਪਣੇ ਬਸ ਚ ਕਰਨਾ। ਕਲਾ ਹੁੰਦੀ ਹੈ ਜਿੱਥੇ ਅਗਲੇ ਨੂੰ ਮੋਹਰੇ ਜਵਾਬ ਦੇਣਾ। ਜੀ 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 ਹੁਣ ਬਲੀ ਕੰਧਾਰੀ ਨੇ ਪੱਥਰ ਰੋੜਿਆ ਸੀ ਨਾ, ਹਾਂਜੀ ਹਾਂਜੀ ਕਿਉਂ ਜੀ? ਹਾਂਜੀ ਹਾਂਜੀ ਤੇ ਉਸ ਵੇਲੇ ਜਦੋਂ ਬਲੀ ਕੰਧਾਰੀ ਪੱਥਰ ਰੋੜਦਾ ਤੇ ਗੁਰੂ ਨਾਨਕ ਮਹਾਰਾਜ ਹੱਥ ਨਾਲ ਰੋਕਦੇ ਆ, ਜੀ 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 ਉਹ ਕਲਾ ਸੀ। ਜੀ ਜੀ ਹਾਂਜੀ ਕਰਾਮਾਤ ਸੀ ਬਲੀ ਕੰਧਾਰੀ ਕੋ, ਹਾਂਜੀ ਹਾਂਜੀ ਕਰਾਮਾਤ ਸੀ ਬਾਬਾ ਬੁੱਢਣ ਸ਼ਾਹ ਜੀ ਕੋ, ਜੀ 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 ਜਿਨ੍ਹਾਂ ਦਾ ਸ਼ੇਰ ਗਾਵਾਂ ਚਾਰਦਾ ਸੀ, ਬੱਕਰੀਆਂ ਚਾਰ। ਬੱਕਰੀਆਂ ਚਾਰਦਾ ਸੀ, ਹਾਂਜੀ ਬੱਕਰੀਆਂ ਚਾਰਦਾ ਸੀ। ਇਹ ਕਰਾਮਾਤ ਸੀ। ਹਾਂਜੀ ਹਾਂਜੀ ਸ਼ੇਰ ਮਹਾਰਾਜ ਦੇ ਚਰਨਾਂ ਤੇ ਝੁਕਦਾ, ਇਹ ਕਲਾ ਸੀ। ਕਲਾ ਸੀ। ਕਲਾ ਤੇ ਕਰਾਮਾਤ ਵਿੱਚ ਬਹੁਤ ਫਰਕ ਹੈ ਜੀ। ਵਿੱਚ ਆਪਾਂ ਕੋਈ ਗੱਲ ਸ਼ੁਰੂ ਕੀਤੀ ਸੀ, ਫਿਰ ਕਮੈਂਟ ਆ ਗਿਆ, ਮੈਂ ਉਹ ਜਵਾਬ ਦੇਣੋਂ ਰਹਿ ਗਿਆ। ਥੋੜਾ ਜਿਹਾ ਪਿੱਛੇ ਦੇਖ ਲਵਾਂ। ਦੇਖ ਲਓ। ਹਾਂ, 17ਵੇਂ ਸ਼ਲੋਕ ਬਾਰੇ ਲੱਗੇ ਸੀ ਗੱਲ ਕਰਨ। ਹਾਂਜੀ ਹਾਂਜੀ ਫਰੀਦਕੋਟੀਆ ਸਾਹਿਬ, ਇਹ ਗੱਲ ਮੈਂ ਤੁਹਾਡੀ ਕੱਟਦਾ ਜੀ। ਕਹਿੰਦੇ ਜੇ ਉਹ ਕਹਿਣੇ ਚ ਹੁੰਦੇ ਉਹਨਾਂ ਨੂੰ ਗੱਦੀ ਮਿਲਦੀ, ਅੱਛਾ ਹਨਾ ਜੀ। ਠੀਕ ਹੈ। ਬਾਬਾ ਬੁੱਢਾ ਸਾਹਿਬ ਜਿੰਨਾ ਤਾਂ ਕੋਈ ਨਹੀਂ ਕਹਿਣੇ ਲੱਗਿਆ ਹੋਣਾ, ਫਿਰ ਜੀ ਜੀ ਕੇਵਲ 12 ਸਾਲ ਦੀ ਉਮਰ 'ਚ ਹੀ ਆ ਗਏ ਸੀ। 12 ਸਾਲ ਦੀ। 125 ਸਾਲ ਤੱਕ ਸੇਵਾ ਕਰਦੇ ਰਹੇ ਜੀ 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 ਮਹਾਰਾਜ ਦੀ। ਹਾਂਜੀ 113 ਸਾਲ ਸੇਵਾ ਕੀਤੀ ਗੁਰੂ ਨਾਨਕ ਮਹਾਰਾਜ ਦਾ ਕਹਿਣਾ ਮੰਨ ਕੇ। ਜੀ 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 ਫਿਰ ਗੱਦੀ ਤਾਂ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਸੀ ਇੱਕ ਵਾਰੀ, ਜੀ ਜੀ ਨਹੀਂ ਮਿਲੀ। ਕਿਉਂ ਜੀ? ਮਰਦਾਨਾ ਜੀ ਨਾਲ ਉਹਨੇ ਵੀ ਕਿਹਾ। ਮਰਦਾਨਾ ਜੀ ਤਾਂ ਚਲੋ ਮਹਾਰਾਜ ਦੇ ਹੁੰਦਿਆਂ ਸੱਚਖੰਡ ਚਲ ਗਏ ਨਾ, ਹਾਂਜੀ ਹਾਂਜੀ ਗੁਰੂ ਨਾਨਕ ਮਹਾਰਾਜ ਦੇ ਹੁੰਦਿਆਂ ਹੀ। ਹਾਂਜੀ ਗੱਲ ਆ ਗਈ ਵੀ 6 ਪਾਤਸ਼ਾਹੀਆਂ ਤੱਕ ਰਹਿਣਾ, ਜੀ ਜੀ 5 ਨੂੰ ਤਿਲਕ ਲਾਉਣਾ। ਜੀ ਜੀ ਬਾਬਾ ਬੁੱਢਾ ਸਾਹਿਬ ਜੀ ਨੇ, ਉਹਨੇ ਤਾਂ ਕੋਈ ਬਚਨ ਨਾ ਮੋੜਿਆ ਹੂ ਮਹਾਰਾਜ ਦਾ ਕਦੇ। ਜੀ 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 ਕਿਤੇ ਨਾ ਕਿਤੇ ਤਾਂ ਨੰਬਰ ਲੱਗਣਾ ਚਾਹੀਦਾ ਸੀਗਾ। ਹਾਂਜੀ 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 ਜੇ ਸੇਵਾ ਦੇਖ ਕੇ ਜਾਂ ਬਚਨ ਮੰਨਣ ਤੇ ਹੀ ਗੱਦੀ ਮਿਲਦੀ ਹੁੰਦੀ, ਹਾਂਜੀ ਹਾਂਜੀ ਫਿਰ ਕਿਤੇ ਨਾ ਕਿਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੱਦੀ ਮਿਲਦੀ। ਜੀ 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 ਤੇ ਇਹ ਭੁਲੇਖੇ ਹੀ ਪਾਏ ਹੋਏ ਆ ਜੀ ਕਿ ਬਾਬਾ ਸ਼੍ਰੀ ਚੰਦ ਸ਼ਿਵ ਜੀ ਨੂੰ ਮੰਨਦੇ ਸੀ। ਹਾਂਜੀ ਹਾਂਜੀ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਮਹਾਰਾਜ ਨੂੰ ਸ਼ਾਹ ਪਾਤਸ਼ਾਹ ਕਿਹਾ, ਸਭ ਤੋਂ ਪਹਿਲਾਂ। ਜੀ ਜੀ 4 ਕੁੰਟ ਜਾਕੀ ਧਰਮਸਾਲਾ, ਸੰਗਤ ਗਾਵੇ ਸ਼ਬਦ ਰਸਾਲਾ, ਆਰਤਾ ਕੀਜੈ ਨਾਨਕ ਸ਼ਾਹ ਕਾ। ਜੀ ਜੀ ਬਾਠ ਸਾਹਿਬ ਕਹਿੰਦੇ ਆ ਬਾਬਾ ਸ਼੍ਰੀ ਚੰਦ ਜੀ ਨੂੰ ਪਾਂਡਿਆਂ ਨੇ ਆਪਣੇ ਵੱਲ ਕਰ ਲਿਆ ਸੀ, ਪੰਡਤਾਂ ਨੇ। ਗੁਰੂ ਨਾਨਕ ਜੀ ਤੋਂ ਦੂਰ ਕਰਨ ਲਈ ਬਹੁਤ ਦੁਖੀ ਸੀ ਇਹ ਪੁਜਾਰੀ ਲਾਣਾ। ਗੁਰੂ ਨਾਨਕ ਮਹਾਰਾਜ ਤੋਂ ਵਾਕਿਆ ਹੀ ਪੁਜਾਰੀ ਲਾਣਾ, ਜਿਹੜਾ ਉਸ ਵੇਲੇ ਦੇ ਧਰਮ ਦੇ ਠੇਕੇਦਾਰ ਸੀ ਨਾ, ਬਹੁਤ ਦੁਖੀ ਸੀ ਜੀ।
ਬਹੁਤ ਦੁਖੀ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਹਾਂਜੀ ਹਾਂਜੀ ਪਰ ਤੁਸੀਂ ਭਾਈ ਬਾਲਾ ਜੀ ਦੀ ਜਨਮ ਸਾਖੀ ਪੜ੍ਹੋ। ਜੀ ਜੀ ਕਿਉਂ ਜੀ? ਸਭ ਤੋਂ ਪੁਰਾਤਨ ਇਤਿਹਾਸ ਆ। ਹੁਣ ਸਾਡੇ ਕਈ ਇਤਿਹਾਸਕਾਰਾਂ ਨੇ ਜਿਹੜੇ ਮਾਫ ਕਰਿਓ ਕਥਾਵਾਚਕਾਂ ਨੇ ਹਾਂਜੀ ਇਹ ਵੀ ਕਹਿਤਾ ਭਾਈ ਬਾਲਾ ਤਾਂ ਹੋਇਆ ਹੀ ਨਹੀਂ। ਮੈਂ ਕਿਹਾ ਅਸੀਂ ਹੋਏ, ਹੋਰ ਤਾਂ ਕੋਈ ਹੋਇਆ ਹੀ ਨਹੀਂ ਦੁਨੀਆ ਤੇ, ਹਨਾ। ਹਾਂਜੀ ਭਾਈ ਬਾਲੇ ਦੀ ਜਨਮ ਸਾਖੀ ਨੂੰ ਕੰਡਮ ਕਰਤਾ। ਜੀ ਜੀ ਕਿਉਂ ਕੀਤਾ? ਉਹਦੇ 'ਚ ਏਕਤਾ ਦੀ ਗੱਲ ਆਉਂਦੀ ਆ, ਜੀ ਜੀ ਉਹਦੇ 'ਚ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ ਜੀ ਦੀ ਗੱਲ ਆਉਂਦੀ ਆ, ਜੀ 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 ਤਾਂ ਉਹਨਾਂ ਨੇ ਕੰਡਮ ਕੀਤਾ। ਅਖੀਰਲਾ ਸਮਾਂ ਗੁਰੂ ਨਾਨਕ ਮਹਾਰਾਜ ਦਾ ਭਾਈ ਬਾਲਾ ਜੀ ਦੀ ਸਭ ਤੋਂ ਵੱਡਾ ਇਤਿਹਾਸ ਆ ਗੁਰੂ ਨਾਨਕ ਮਹਾਰਾਜ ਦਾ। ਉਹਨਾਂ ਦੇ ਅਖੀਰ ਦੇ ਵਿੱਚ ਜਦੋਂ ਮਹਾਰਾਜ ਸੱਚਖੰਡ ਗਏ ਉਸ ਵੇਲੇ ਦਾ ਇਤਿਹਾਸ ਲਿਖਿਆ ਹੋਇਆ ਜੀ ਜੀ ਵੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਿੰਨਾ ਪਿਆਰ ਕੀਤਾ ਹੈ। ਜੀ ਜੀ ਮੈਂ ਨਾਂ ਲੈ ਕੇ ਗੱਲ ਕਰ ਰਿਹਾ ਜੀ, ਭਾਈ ਬਾਲਾ ਜੀ ਦੀ ਜਨਮ ਸਾਖੀ ਕਿਤੇੋਂ ਖਰੀਦ ਕੇ, ਜਿੱਥੋਂ ਇਤਿਹਾਸ ਦੀਆਂ ਲਿਟਰੇਚਰ ਦੀਆਂ ਦੁਕਾਨਾਂ ਨੇ, ਪੜ੍ਹੋ ਆਪ ਜੀ। ਇਹ ਆਪ ਜੀ ਮੈਨੂੰ ਜ਼ਰੂਰ ਦੱਸਿਓ ਵੀ ਕਿਹੜੀ ਕਿਤਾਬ 'ਚ ਲਿਖਿਆ ਵੀ ਉਹ ਬਾਬੇ ਸ਼੍ਰੀ ਚੰਦ ਮਹਾਰਾਜ ਨੇ ਸ਼ਿਵ ਜੀ ਮਹਾਰਾਜ ਦੀ ਆਰਾਧਨਾ ਕੀਤੀ ਆ, ਹਨਾ। ਹਾਂਜੀ ਕਿਉਂਕਿ ਆਪਾਂ ਨੂੰ ਪੜ੍ਹਨਾ ਚਾਹੀਦਾ, ਹੋ ਸਕਦਾ ਸਾਨੂੰ ਭੁਲੇਖਾ ਹੋਵੇ ਜੀ ਇਸ ਗੱਲ ਦਾ। ਜੀ ਜੀ ਫਿਰ ਉਸ ਗੱਲ ਦੀ ਤਹਿ ਤੱਕ ਜੇ ਇਹਨੂੰ ਲਿਖਿਆ ਉਹਦੇ ਨਾਲ ਗੱਲ ਕਰਨੀ ਹਾਂਜੀ ਹਾਂਜੀ ਆਪਾਂ ਤਾਂ ਕਰ ਲਈਦੀ ਆ। ਹਾਂਜੀ ਹਾਂਜੀ ਰਾਜਵੀਰ ਸਿੰਘ ਜੀ ਤੁਸੀਂ ਦੱਸੋ ਕਿਹੜੀ ਗੱਲ ਕਰੀਏ, ਕੱਲ ਨੂੰ ਕਿਹੜਾ ਵਿਸ਼ਾ ਰੱਖੀਏ? ਹਾਂਜੀ, ਮੈਂ 17ਵੇਂ ਸ਼ਲੋਕ ਵਾਲੀ ਵੀ ਗੱਲ ਪੂਰੀ ਕਰ ਦੇਵਾਂ ਜੀ, ਵਿੱਚ ਰਹਿ ਜਾਂਦੀ ਆ। ਜਦੋਂ ਪੰਚਮ ਪਾਤਸ਼ਾਹ ਬਾੜ ਸਾਹਿਬ ਗਏ ਨਾ ਜੀ, ਉੱਥੇ ਅੱਜ ਗੁਰਦੁਆਰਾ ਥੰਮ ਸਾਹਿਬ ਆ। ਜੀ 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 ਉਹ ਥੰਮ ਤਾਂ ਮਗਰੋਂ ਮਿਸਤਰੀਆਂ ਨੇ ਨਹੀਂ ਬਣਾਇਆ। ਹਾਂਜੀ ਹਾਂਜੀ SGPC ਦਾ ਉਸ ਪ੍ਰਬੰਧ ਨੂੰ ਸੰਭਾਲਣ ਦਾ ਜੁਮਾ ਆ ਜੀ 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 ਗੁਰਦੁਆਰਾ ਅੰਬ ਸਾਹਿਬ ਦਾ। ਹਾਂਜੀ ਹਾਂਜੀ ਬਾੜ ਸਾਹਿਬ ਬਾਬਾ ਸ਼੍ਰੀ ਚੰਦ ਜਿੱਥੇ 62 ਸਾਲ ਰਹੇ। ਜੀ 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 SGPC ਨੂੰ ਅੱਜ ਲੋਕ ਕਹਿਣਗੇ ਵਿਕੇ ਹੋਏ ਆ, ਇਹ ਬਾਦਲਾਂ ਨੇ ਖਰੀਦੇ ਆ, ਫਲਾਨਿਆਂ ਨੇ ਕੀਤੇ ਆ। ਜੀ ਜੀ ਪ੍ਰਬੰਧ ਤਾਂ ਅੱਜ ਤੋਂ ਕਈ 100 ਸਾਲ ਪਹਿਲਾਂ ਦਾ ਚੱਲ ਰਿਹਾ SGPC ਕੋਲ, ਜਦੋਂ ਦੀ ਬਣੀ ਆ। ਜੀ ਜੀ ਭਾਵ 1930 ਦੇ ਵਿੱਚ ਹੋਂਦ ਚ ਆਈ ਆ, ਹਾਂਜੀ ਹਾਂਜੀ ਹਨਾ ਜੀ। 1930 ਦੇ ਵਿੱਚ ਉਦੋਂ ਤੋਂ ਲੈ ਕੇ ਬਾੜ ਸਾਹਿਬ ਦਾ ਪ੍ਰਬੰਧ ਤੇ ਉਹਨਾਂ ਕੋਲ ਚੱਲਦਾ ਆ ਰਿਹਾ, ਉਦੋਂ ਬਾਅਦ ਦਾ ਜੀ। ਜੀ 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 ਅੱਜ ਜਥੇਦਾਰ ਸਾਹਿਬ ਨੂੰ ਅਸੀਂ ਕਹਿ ਸਕਦੇ ਆ, ਜਿਹੜੇ ਗਏ ਜਾਂ ਆਏ ਵੀ ਇਹ ਵਿਕੇ ਆ ਜੀ, ਆਪਾਂ ਹੀ ਕਹਿ ਸਕਦੇ ਆ। ਸਾਨੂੰ ਅੰਦਰ ਤਾਂ ਨਹੀਂ ਪਤਾ ਕਿਸੇ ਦਾ ਕਿੱਦਾਂ ਦਾ ਆ, ਇਹ ਤਾਂ ਸਾਡਾ ਫੈਸਲਾ ਆ। ਹਾਂਜੀ ਹਾਂਜੀ ਨਹੀਂ 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 ਬੱਬੂ ਢੀਂਸਾ ਜੀ, ਉਹ ਜਿਹੜੇ ਮੋਰ ਦੀ ਸਵਾਰੀ ਕਰਦੇ ਉਹ ਬਾਬਾ ਬਾਲਕ ਨਾਥ ਦਿਖਾਏ ਆ ਫੋਟੋ 'ਚ, ਦੇਖਿਆ ਹੈ ਭੁਲੇਖਾ ਹੁੰਦਾ। ਕਹਿੰਦੇ ਜੀ ਫੋਟੋ ਵਿੱਚ ਦਿਖਦੇ ਆ ਕਿ ਬਾਬਾ ਜੀ ਮੋਰ ਦੀ ਸਵਾਰੀ ਕਰਦੇ ਆ, ਉਹਨਾਂ ਨੂੰ ਹਿੰਦੂ ਦੇਵੀ ਦੇਵਤਿਆਂ ਦੀ ਤਰ੍ਹਾਂ ਦਿਖਾਉਂਦੇ ਆ। ਨਹੀਂ ਨਹੀਂ, ਉਹ ਜਿਹੜੇ ਮੋਰ ਦੀ ਸਵਾਰੀ ਕਰਦੇ ਦਿਖਾਉਂਦੇ ਨਾ ਫੋਟੋ 'ਚ, ਉਹ ਆ ਬਾਬਾ ਬਾਲਕ ਨਾਥ ਜੀ। ਜਿਹੜੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਪਤਾ, ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਉਹਨਾਂ ਨੇ ਸਵਾਰੀ ਕਿਸੇ ਦੀ ਵੀ ਨਹੀਂ ਕੀਤੀ ਕਦੇ। ਜੀ ਜੀ ਜਸਵਿੰਦਰ ਸਿੰਘ ਜੀ, ਟਕਸਾਲੀਆਂ ਵਾਲੀਆਂ ਕਿਹੜੀਆਂ ਗੱਲਾਂ ਜੀ? ਸ਼ੇਰ ਚਾਰਦਾ ਸੀ ਤਾਂ ਚਾਰਦਾ ਸੀ, ਉਹ ਕਿਸੇ ਨੇ ਜਾ ਕੇ ਥੋੜੋ ਬਣਾਤਾ। ਮਹੰਤ ਪ੍ਰੀਤਮ ਦਾਸ ਜੀ, ਇੱਥੇ ਤੱਕ ਸੋਚ ਨਹੀਂ ਨਾ ਜਾਂਦੀ ਇਹਨਾਂ ਦੀ ਵੀ ਜਿਹੜੇ ਕੌਡੇ ਰਾਖਸ਼ ਨੂੰ ਸਿੱਧਾ ਕਰ ਸਕਦੇ ਆ, ਜਿਹੜੇ ਆਪਣੇ ਸੱਜਣ ਠੱਗ ਨੂੰ ਸਿੱਧੇ ਰਾਹੇ ਪਾ ਸਕਦੇ ਆ, ਜਿਹੜੇ ਪਾਤਸ਼ਾਹ ਜੀ ਮੂਲੇ ਖੱਤਰੀ ਦਾ ਉਧਾਰ ਕਰਨ ਪਹੁੰਚ ਸਕਦੇ ਆ, ਜਿਹੜੇ ਪਾਤਸ਼ਾਹ ਜੀ ਬਲੀ ਕੰਧਾਰੀ ਨੂੰ ਸੁਧਾਰ ਸਕਦੇ ਆ, ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਫਿਰ ਇਹਦਾ ਮਤਲਬ ਸੰਭਾਲ ਨਹੀਂ ਸਕੇ। ਜੀ ਜੀ ਇਹ ਤਾਂ ਇਹੀ ਸਵਾਲ ਖੜਦਾ। ਤੇ ਮੈਂ ਇਹ ਵੀ ਜ਼ਿਕਰ ਕਰਤਾ, ਜੇ ਬਾਕੀ ਕਹੋਗੇ ਵੀ ਆਹ ਗੁਰੂ ਸਬਾਨ ਦੇ ਪੁੱਤਰ ਨੇ ਆਹ ਕੰਮ ਕੀਤਾ, ਉਹ ਤਾਂ ਇਤਿਹਾਸ 'ਚ ਆ ਗਿਆ ਨਾ। ਹਾਂਜੀ ਉਹ ਤਾਂ ਪੰਜ ਪਿਆਰੇ ਸਾਹਿਬ ਵੀ ਕਹਿੰਦੇ ਆ, ਹਾਂਜੀ ਹਾਂਜੀ ਬੜੇ ਚਿਰਾਂ ਤੋਂ, ਜਦੋਂ ਤੋਂ ਅੰਮ੍ਰਿਤ ਦੀ ਦਾਤ ਦੇ ਰਹੇ ਆ, ਰਹਿਤਾਂ ਦੱਸ ਰਹੇ ਆ। ਹਾਂਜੀ ਇੱਕ ਗੱਲ ਦਾ ਤਾਂ ਪਤਾ ਲੱਗੇ ਵੀ ਬਾਬਾ ਸ਼੍ਰੀ ਚੰਦ ਸਾਹਿਬ ਨੇ ਕਿੱਥੇ ਗੁਰੂ ਨਾਨਕ ਮਹਾਰਾਜ ਦਾ ਵਿਰੋਧ ਕੀਤਾ। ਆਪਾਂ ਤਾਂ ਇਹੀ ਪੁੱਛਦੇ ਆ ਨਾ ਹਾਂਜੀ ਹਾਂਜੀ ਵੀ ਕਿੱਥੇ ਵਿਰੋਧ ਕੀਤਾ ਆ। ਆਪਾਂ ਤਾਂ ਇਹ ਪੁੱਛਦੇ ਆ ਵੀ ਕਿਹੜੀ ਗੱਲ ਦਾ ਵਿਰੋਧ ਕੀਤਾ ਮਹਾਰਾਜ ਦਾ। ਜੀ ਜੀ ਕਿੰਨਾ ਸਮਾਂ ਹੋਇਆ ਜੀ? 1.5 ਘੰਟਾ ਹੋ ਜੀ। 4-5 ਵਜੇ ਚੱਲੋ, 10 ਮਿੰਟ ਰਹਿੰਦੇ ਜੀ। ਸੋ ਦੱਸ ਦਿਓ ਕੱਲ ਨੂੰ ਕਿਹੜਾ ਵਿਸ਼ਾ ਰੱਖੀਏ ਜੀ। ਤੇ ਅੱਜ ਦੀ ਆਪਾਂ ਗੱਲ, ਉਹ ਜਿਹੜਾ ਆਪਾਂ ਉਹ ਵਚਨ ਪੂਰਾ ਕਰ ਦਈਏ ਜੀ, ਨਹੀਂ ਤਾਂ ਵਿੱਚ ਰਹਿ ਜਾਊਗਾ ਨਾ। ਹਾਂਜੀ ਹਾਂਜੀ ਉਹ ਨਹੀਂ, ਉਦਾਂ ਵੀ ਸਾਡੇ ਗੋਲ ਪਰਨੇ ਬੰਨੇ ਨਾ ਜੀ, ਉਹ ਤਾਂ ਲੱਗਦਾ ਵੀ ਇਹ ਖਰੇ ਟਕਸਾਲੀ ਆ। ਪਰਨਿਆ ਨਾ ਬੜਾ ਤੇ
ਕੜਿਆ ਨਾ। ਨਹੀਂ ਇਦਾਂ ਹੀ ਹੁੰਦਾ ਜੀ। ਹਾਂਜੀ ਜੇ ਤੁਸੀਂ ਗੋਲ ਪਰਨਾ ਬੰਨਿਆ ਤੁਸੀਂ ਟਕਸਾਲੀ ਆ, ਹਾਂਜੀ ਫੇਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਟਕਸਾਲੀ ਸੀਗੇ, ਗੁਰੂ ਨਾਨਕ ਮਹਾਰਾਜ ਜੀ ਵੀ ਟਕਸਾਲੀ ਸੀਗੇ। ਉਹ ਸਾਰੇ ਗੋਲ ਦਸਤਾਰਾ ਹੀ ਮੜਾਸਾ ਹੀ ਮਾਰਦੇ ਹੁੰਦੇ ਸੀ। ਉਦੋਂ ਸ਼ੀਸ਼ੇ ਤਾਂ ਹੁੰਦੇ ਹੀ ਨਹੀਂ ਸੀ, ਹਾਂ ਬਾਅਦ ਚ ਆਏ ਆ ਸ਼ੀਸ਼ੇ ਤਾਂ। ਹਾਂਜੀ ਹਾਂਜੀ ਆ ਵੀ ਠੀਕ ਆ। ਗੁਰਵਿੰਦਰ ਸਿੰਘ ਜੀ ਕਹਿੰਦੇ ਸ਼੍ਰੀ ਹੇਮਕੁੰਟ ਸਾਹਿਬ ਬਾਰੇ ਦੱਸ ਦਿਓ ਜੀ। ਜੀ ਜੀ ਹਨਾ ਜੀ। ਠੀਕ ਚਲੋ ਕੱਲ ਦਾ ਵਿਸ਼ਾ ਇਹ ਰੱਖ ਲੈਨੇ ਜੀ। ਠੀਕ ਹੈ ਜੀ। ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਬਾਬਤ ਆਪਾਂ ਸਾਰੇ ਬੇਨਤੀ ਕਰਾਂਗੇ। ਜੀ ਜੀ ਸਲਵਿੰਦਰ ਸਿੰਘ ਜੀ, ਜਦੋਂ ਤੁਸੀਂ ਇਹ ਗੱਲ ਹੁਣ ਕਰੋਗੇ ਨਾ ਇਸ ਗੱਲ ਤੇ, ਫਿਰ ਇਹ ਨਹੀਂ ਕਹਿਣਾ ਵੀ ਆ ਗਿਆ ਟਕਸਾਲੀਆਂ ਵਾਲੀਆਂ ਗੱਲਾਂ ਤੇ। ਹੇਮਕੁੰਟ ਸਾਹਿਬ ਤੇ ਰੱਖਾਂਗੇ ਜੀ ਕੱਲ ਨੂੰ ਬੇਨਤੀ ਆ, ਉਹ ਭਾਈ ਸਾਹਿਬ ਜੀ ਨੇ ਦੱਸਿਆ, ਉਹ ਕੱਲ ਨੂੰ ਕਰਾਂਗੇ। ਹੁਣ ਮੈਂ ਆਹ ਗੱਲ ਪੂਰੀ ਕਰ ਦੇਵਾਂ ਫਿਰ ਆਪਾਂ ਸਮਾਪਤੀ ਕਰੀਏ। ਜੀ ਜੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਬਾੜ ਸਾਹਿਬ ਗਏ 5 ਮਹੀਨੇ 26 ਦਿਨ ਜੀ ਜੀ ਥੰਮ ਨਾਲ ਹਾਂਜੀ ਹਾਂਜੀ ਖੜ ਕੇ ਉਡੀਕਦੇ ਰਹੇ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਨੇਤਰ ਖੁੱਲਣ ਤੇ ਅਸੀਂ ਬਚਨ ਬਲਾਸ ਕਰੀਏ। ਜੀ ਜੀ ਇਤਿਹਾਸ ਉੱਥੇ ਲਿਖਿਆ ਆ, ਥੰਮ ਉੱਥੇ ਹਾਜ਼ਰ ਆ। ਹਾਂਜੀ ਹਾਂਜੀ ਉਹਦੇ ਨਾਲ ਹੀ ਗੁਰੂ ਸਾਹਿਬ ਜੀ ਜਿੱਥੇ ਰਾਤ ਨੂੰ ਆਰਾਮ ਕਰਦੇ ਸੀ ਗੁਰਦੁਆਰਾ ਸਾਹਿਬ, ਸੰਤਸਰ ਸਾਹਿਬ ਕੀ ਨਾਮ ਹੈ, ਹਾਂਜੀ ਮੇਰੇ ਖਿਆਲ ਇਹੀ ਨਾਮ ਹੈ, ਹਾਂਜੀ ਉਹ ਹਾਜ਼ਰ ਹੈ। ਜੀ ਜੀ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਬਲਾਸ ਹੋਏ ਨਾ ਬਾਬਾ ਸ਼੍ਰੀ ਚੰਦ ਜੀ ਦੇ ਨਾਲ, ਹਾਂਜੀ ਹਾਂਜੀ ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਬਚਨ ਕੀਤਾ ਬਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਜੀ ਆਇਆਂ ਨੂੰ, ਜੀ ਜੀ ਹਨਾ। ਹਾਂਜੀ ਹਾਂਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਉੱਥੇ ਸੁਖਮਨੀ ਸਾਹਿਬ ਜੀ ਦੀ ਬਾਣੀ 16 ਅਸ਼ਟਪਦੀਆਂ ਜਿਹੜੀਆਂ ਉਚਾਰੀਆਂ, ਜੀ ਜੀ ਉੱਥੇ ਜਾਪ ਹੋਇਆ। ਹਾਂਜੀ ਹਾਂਜੀ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਗੁਰੂ ਸਾਹਿਬ ਜੀ ਜੀ ਸੁਖਮਨੀ ਸਾਹਿਬ ਜੀ ਨੂੰ ਹੋਰ ਅਸ਼ਟਪਦੀਆਂ ਵਧਾ ਦਿਓ। ਜੀ ਜੀ 24 ਅਸ਼ਟਪਦੀਆਂ ਦੇ 24,000 ਅੱਖਰ ਨੇ। ਜੀ 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 24,000 ਅੱਖਰ ਨੇ, ਗਿਣ ਲਿਓ ਭਾਵੇਂ ਮਿਹਨਤ ਕਰਕੇ ਘਰ। ਹਾਂਜੀ ਤੇ 24,000 ਸਵਾਸ ਇੱਕ ਦਿਨ ਚ ਇੱਕ ਬੰਦਾ ਲੈਂਦਾ, ਜੀ ਜੀ ਹਨਾ ਜੀ। ਹਾਂਜੀ ਹਾਂਜੀ ਹੁਣ 24,000 ਸਵਾਸ ਬੰਦਾ ਲੈਂਦਾ ਤੇ 24 ਅਸ਼ਟਪਦੀਆਂ ਦੇ 24,000 ਅੱਖਰ ਆ ਕਿ ਇੱਕ ਦਿਨ ਦਾ ਜਿਹਨੇ ਜਾਪ ਪਿਆਰ ਨਾਲ ਕਰ ਲਿਆ ਜਾਂ ਸੁਣ ਲਿਆ ਉਹਦੇ ਇੱਕ ਦਿਨ ਦੇ ਸਵਾਸ ਸਫਲੇ ਹੋ ਜਾਂਦੇ। ਜੀ ਜੀ ਜਦੋਂ 16 ਅਸ਼ਟਪਦੀਆਂ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਉੱਥੇ ਸੇਵਕਾਂ ਨੇ ਜਦੋਂ ਸਰਵਣ ਕਰਾਈ ਸੰਗਤ ਨੂੰ ਸਾਰੀ ਨੂੰ, ਜੀ ਜੀ ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ 24 ਕਰੋ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮਹਾਰਾਜ ਫਿਰ ਇਦਾਂ ਕਰੋ ਤੁਸੀਂ 17ਵਾਂ ਸ਼ਲੋਕ ਉਚਾਰੋ। ਜੀ ਜੀ ਬਾਬਾ ਸ਼੍ਰੀ ਚੰਦ ਜੀ ਨੇ ਇਹ ਬੇਨਤੀ ਕੀਤੀ, ਕਹਿੰਦੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀਓ, ਹਾਂਜੀ ਹਾਂਜੀ ਇਹ ਮਾਣ ਤੁਹਾਡੇ ਕੋਲ ਹੀ ਆ, ਜੀ ਜੀ ਗੁਰੂ ਨਾਨਕ ਦੇ ਘਰ ਦੇ ਤੁਸੀਂ ਮਾਲਕ ਹੋ, ਹਾਂਜੀ ਹਾਂਜੀ ਇਹ ਵਡਿਆਈ ਤੁਹਾਡੇ ਕੋਲ ਹੈ, ਜੀ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ, ਜੀ ਜੀ ਇਹ ਮੇਰੇ 'ਚ ਤਾਕਤ ਨਹੀਂ, ਹਨਾ। ਇਹਦਾ ਧਿਆਨ ਰੱਖੋ, ਹਾਂਜੀ ਹਾਂਜੀ ਮੇਰੇ 'ਚ ਇਹ ਤਾਕਤ ਨਹੀਂ। ਜੀ 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 ਜਦੋਂ ਇਹ ਗੱਲ ਕਹੀ ਹਾਂਜੀ ਤੇ ਉਹਨਾਂ ਨੇ ਫਿਰ ਬਚਨ ਕੀਤਾ, ਕਹਿੰਦੇ ਨਹੀਂ ਤੁਸੀਂ ਗੁਰੂ ਸਪੁੱਤਰ ਆ, ਹਾਂਜੀ ਹਾਂਜੀ ਜ਼ਰੂਰ ਉਚਾਰੋ। ਜੀ ਜੀ ਹੁਣ ਬਾਬਾ ਸ਼੍ਰੀ ਚੰਦ ਜੀ ਸੰਸਕ੍ਰਿਤ ਪੜ੍ਹੇ ਹੋਏ ਆ, ਜੀ ਜੀ ਉਹਨਾਂ ਨੇ ਫਿਰ ਬਚਨ ਜਾਰੀ ਕੀਤਾ। ਉਹ ਕਹਿੰਦੇ ਵੀ ਮੈਂ ਕੋਲੋਂ ਤਾਂ ਕੁਝ ਨਹੀਂ ਉਚਾਰ ਸਕਦਾ, ਜੀ 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 ਮੈਂ ਆਪਣੇ ਗੁਰੂ ਪਿਤਾ ਗੁਰੂ ਨਾਨਕ ਮਹਾਰਾਜ ਜੀ ਦੇ ਉਚਾਰਨ ਨੂੰ ਹੀ ਉਚਾਰ ਸਕਦਾ। ਜੀ ਜੀ ਉਹਨਾਂ ਫਿਰ 17ਵਾਂ ਸ਼ਲੋਕ ਬਚਨ ਕੀਤਾ। ਜੀ ਜੀ ਉਹਨਾਂ ਨੇ ਬਚਨ ਕੀਤਾ ਜੀ, ਆਦ ਸੱਚ ਜਗਾਦ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੀ ਭੇ ਸੱਚ। ਭੇ ਸੱਚ, ਹਾਂਜੀ ਮਤਲਬ ਭੀ ਦੀ ਥਾਂ ਭੇ ਬਚਨ ਕੀਤਾ ਜੀ। ਹਾਂਜੀ ਹਾਂਜੀ ਇਹ ਭੀ ਤੇ ਭੇ ਦੇ ਅਰਥ ਇੱਕੋ ਹੀ ਹੈ। ਇੱਕੋ ਹੀ ਇੱਕੋ ਹੀ। ਉਹ ਕਹਿੰਦੇ ਮੇਰੇ 'ਚ ਤਾਕਤ ਨਹੀਂ। ਹਾਂਜੀ ਹਾਂਜੀ ਪ੍ਰਿੰਸ ਜੀ ਕਹਿੰਦੇ ਆ ਵੀ ਉਹ ਉੱਪਰ ਹੀ ਚਲ ਗਿਆ। ਹਾਂਜੀ ਹਾਂਜੀ ਪ੍ਰਿੰਸ ਜੀ, ਮੈਂ ਇਸੇ ਚੀਜ਼ ਤੇ ਜਿਹੜਾ ਆਪਾਂ ਰੱਖ ਰਹੇ ਨਾ ਜੀ ਇਹ ਪ੍ਰੋਗਰਾਮ, ਇਹ ਵੱਖ-ਵੱਖ ਵਿਸ਼ਿਆਂ ਤੇ ਹੀ ਗੱਲ ਕਰ ਰਹੇ। ਕੱਲ ਦਾ ਹੁਣ ਸਿੰਘ ਸਾਹਿਬ ਨੇ ਕਿਹਾ ਹੇਮਕੁੰਟ ਸਾਹਿਬ ਬਾਰੇ ਬਚਨ ਕਰਨਾ, ਆਪਾਂ ਕਰਾਂਗੇ। ਤੇ ਤੁਸੀਂ ਚਰਿੱਤਰਾਂ ਦੀ ਬਾਣੀ ਦਾ ਜ਼ਿਕਰ ਕਰ ਰਹੇ ਹੋ, ਦਸਮ ਜੀ ਦਾ ਜ਼ਰੂਰ ਕਰਾਂਗਾ, ਕਿਉਂਕਿ ਮੈਂ ਬਹੁਤ ਵੀਡੀਓ ਦੇਖੀਆਂ ਨੇ YouTube ਦੇ ਉੱਤੇ। ਜੀ ਜੀ ਉਹ ਚਰਿੱਤਰਾਂ ਦੀ ਗੱਲ ਸਮਝਾਈ ਮਹਾਰਾਜ ਨੇ ਹੋਰ ਤਰ੍ਹਾਂ, ਜੀ 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 ਤੇ ਉਹਨੂੰ ਸੰਗਤ ਵਿੱਚ ਪੇਸ਼ ਹੋਰ ਤਰ੍ਹਾਂ ਕੀਤਾ ਜਾਂਦਾ। ਜ਼ਰੂਰ ਕਰਾਂਗੇ ਜੀ, ਮੈਂ ਕੋਈ ਇਸ ਗੱਲ ਤੋਂ ਪਾਸੇ ਨਹੀਂ ਆਪ ਜੀ ਦੀ ਤੋਂ। ਤੇ ਉਹ ਜਦੋਂ ਫਿਰ ਮਹਾਰਾਜ ਨੇ ਬਚਨ ਕੀਤਾ ਜੀ ਜੀ ਤੇ ਉਹਨਾਂ ਨੇ ਫਿਰ ਇਹ ਸ਼ਲੋਕ ਉਚਾਰਿਆ ਜੀ, ਪਹਿਲੀ ਪੌੜੀ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਹਾਂਜੀ ਮੈਂ ਆਪਣੇ ਪਿਤਾ ਜੀ ਦੀ ਉਚਾਰਨ ਕੀਤੀ ਬਾਣੀ ਨੂੰ ਹੀ ਉਚਾਰਾਂਗਾ, ਜੀ ਜੀ ਮੇਰੇ ਕੋਲੇ ਤਾਕਤ ਨਹੀਂ। ਜੀ ਜੀ ਹੁਣ ਇਦੋਂ ਗਾਹਾਂ ਨਿਮਰਤਾ ਕੀ ਚਾਹੀਦੀ ਹੈ?
ਹਾਂਜੀ ਤੁਸੀਂ ਇੱਕ ਗੱਲ ਹੋਰ ਦੇਖੋ, ਚਲੋ ਇਹ ਵੀ ਕਹਦੇ ਆ, ਹਾਂਜੀ ਛੇਵੇਂ ਪਾਤਸ਼ਾਹ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਭੇਟ ਕਰਤਾ ਬਾਬਾ ਸ਼੍ਰੀ ਚੰਦ ਜੀ ਨੂੰ, ਜੀ 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 ਤੇ ਸੱਤਵੇਂ ਪਾਤਸ਼ਾਹ ਕੌਣ ਸੀਗੇ? ਗੁਰੂ ਹਰਰਾਏ ਸਾਹਿਬ ਜੀ। ਹਾਂਜੀ ਹਾਂਜੀ ਗੁਰੂ ਹਰਰਾਏ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਂ? ਬਾਬਾ ਗੁਰਦਿੱਤਾ ਜੀ। ਹਾਂਜੀ ਹਾਂਜੀ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਦੇ ਸੇਵਾਦਾਰ, ਜੀ ਜੀ ਤੇ ਸੱਤਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਦੇ ਪੁੱਤਰ। ਹਾਂਜੀ ਹਾਂਜੀ ਫਿਰ ਸੱਤਵੇਂ ਪਾਤਸ਼ਾਹ ਨੂੰ ਗੱਦੀ ਕਾਹਨੂੰ ਦਵਾਉਂਦੇ? ਜੀ ਜੀ ਜੇ ਗੱਦੀ ਦੀ ਲਾਲਚ ਹੁੰਦੀ ਹਾਂਜੀ ਹਾਂਜੀ ਤੇ ਬਾਬਾ ਸ਼੍ਰੀ ਚੰਦ ਆਪ ਮੰਨ ਲੈਂਦੇ ਵੀ ਮੇਰੇ ਸੇਵਾਦਾਰ ਦਾ ਹੀ ਮੁੰਡਾ, ਹਾਂਜੀ 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 ਮੈਂ ਲੈ ਲਵਾਂ। ਹਾਂਜੀ ਪਰ ਨਹੀਂ, ਉਹ ਆਪਣੇ ਸੇਵਾਦਾਰ ਦੇ ਪੁੱਤਰ ਨੂੰ ਗੱਦੀ ਦਿੱਤੀ, ਜੀ ਜਿਹੜੀ ਛੇਵੇਂ ਪਾਤਸ਼ਾਹ ਨੇ ਦਵਾਈ ਦਿੱਤੀ। ਹਾਂਜੀ ਹਾਂਜੀ ਤੇ ਕੋਈ ਵਿਰੋਧ ਨਹੀਂ ਉੱਥੇ ਵੀ ਕੀਤਾ ਬਾਬਾ ਸ਼੍ਰੀ ਚੰਦ ਨੇ ਵੀ ਮੇਰਾ ਸੇਵਾਦਾਰ ਹੋਵੇ ਬਾਬਾ ਗੁਰਦਿੱਤਾ, ਹਾਂਜੀ ਤੇ ਤੁਸੀਂ ਗੱਦੀ ਦੇ ਦਿਓ ਇਹਦੇ ਮੁੰਡੇ ਨੂੰ ਕਹਾਂ। ਹਾਂਜੀ ਹਾਂਜੀ ਕੋਈ ਵਿਰੋਧ ਨਹੀਂ ਹੋਇਆ, ਕਿਸੇ ਨੇ ਦੱਸਿਆ ਤਾਂ ਹੈ ਹੀ ਨਹੀਂ ਵੀ ਵਿਰੋਧ ਹੋਇਆ ਕਿੱਥੇ ਆ। ਹਾਂਜੀ ਹਾਂਜੀ ਆਪਾਂ ਤਾਂ ਕਈ ਵਾਰੀ ਪੁੱਛ ਲਿਆ ਹਾਂਜੀ ਹਾਂਜੀ ਵੀ ਕੋਈ ਦੱਸ ਤਾਂ ਦਿਓ ਵੀ ਵਿਰੋਧ ਮਹਾਰਾਜ ਦਾ ਕੀਤਾ ਕਿੱਥੇ ਆ ਬਾਬਾ ਸ਼੍ਰੀ ਚੰਦ ਜੀ ਨੇ। ਦੱਸਿਆ ਨਹੀਂ, ਆਇਆ ਨਹੀਂ ਕਿਸੇ ਦੀ ਵੀ ਗੱਲ। ਜੇ ਬੇਨਤੀ ਕੀਤੀ ਕਿਸੇ ਭਾਈ ਸਾਹਿਬ ਨੇ ਵੀ ਉਹ ਨਗਨ ਰਹੇ, ਉਹ ਕਿੱਥੋਂ ਪੜਿਆ ਆਪ ਜੀ ਨੇ? ਕੌਣ ਕਹਿੰਦਾ ਨਗਨ ਰਹੇ? ਫੋਟੋਆਂ ਦੇਖ ਕੇ ਨਾ ਸੱਚ ਮੰਨੋ। ਇੱਕ ਪਾਸੇ ਆਪਾਂ ਕਹਿੰਦੇ ਫੋਟੋਆਂ ਪੁਜਾਰੀ ਆ, ਹਾਂਜੀ ਹਾਂਜੀ ਆ ਜੇ ਬੰਦਾ ਕਵੇ ਨਾ ਜੀ ਗੁਰੂ ਨਾਨਕ ਮਹਾਰਾਜ ਦੀ ਫੋਟੋ ਆ, ਤਾਂ ਸਾਡੇ ਇਹ ਵੀਰ ਭਰਾ ਕਹਿਣਗੇ ਮਨਮਤ ਆ। ਹਾਂਜੀ ਹਾਂਜੀ ਤੇ ਬਾਬੇ ਸ਼੍ਰੀ ਚੰਦ ਜੀ ਦੀ ਫੋਟੋ ਦੇਖ ਕੇ ਸੱਚ ਮੰਨੀ ਜਾਂਦੇ। ਹਾਂਜੀ ਫਿਰ ਦੋਗਲੀ ਨੀਤੀ ਨਹੀਂ ਹੋਈ, ਦੋਗਲੀ ਦੋਗਲੀ ਹਾਂਜੀ ਹਨਾ? ਫਿਰ ਜਿਹੜੀ ਹੈ ਹੀ ਫੋਟੋ, ਉਹਦਾ ਸੱਚ ਕਾਹਨੂੰ ਮੰਨਦੇ ਹੋ ਤੁਸੀਂ? ਹਾਂਜੀ ਹਾਂਜੀ ਗੱਲ ਤਾਂ ਇਹ ਹੈ, ਕਿਉਂ ਬਾਬਾ ਜੀ? ਹਾਂਜੀ ਹਾਂਜੀ ਬਿਲਕੁਲ। ਹੁਣ ਫੋਟੋ ਮੇਰੇ ਦਿਮਾਗ 'ਚ ਆ ਗਈ ਬਾਬਾ ਸ਼੍ਰੀ ਚੰਦ ਜੀ ਦੀ, ਮੈਂ ਦਸਤਾਰ ਬੰਨ੍ਹ ਦੂੰ, ਦਾੜਾ ਬਣਾ ਦੂੰ, ਮੈਂ ਚੋਲਾ ਪਵਾ ਦੂੰ, ਉਹ ਚੱਲੀ ਜਾ। ਫਿਰ ਆਪਾਂ ਖੁਸ਼ ਹਾਂ? ਕਿਸੇ ਦੇ ਮਨ 'ਚ ਆ ਗਈ ਲਗੋਟ ਬੰਨ੍ਹ ਦਿਓ ਜੀ। ਇਤਿਹਾਸ 'ਚ ਵੈਸੇ ਲਗੋਟ ਪੜ੍ਹਿਆ ਆਪਾਂ, ਹਾਂਜੀ ਹਾਂਜੀ ਪਰ ਇਹ ਨਹੀਂ ਪੜ੍ਹਿਆ ਕਿਤੇ ਵੀ ਉਹਨਾਂ ਨੇ ਨਗਨ ਰਹਿ ਕੇ ਜ਼ਿੰਦਗੀ ਬਤੀਤ ਜੀ ਕੀਤੀ। ਜੀ ਜੀ ਇਹ ਪੜ੍ਹਿਆ ਵੀ ਕੰਬਲੀ ਉੱਪਰ ਚਾਦਰ ਰੱਖੀ ਸਰੀਰ ਦੇ। ਹਾਂਜੀ ਹਾਂਜੀ ਕਿਉਂ ਜੀ? ਹਾਂਜੀ ਹਾਂਜੀ ਸਾਦਾ ਲਿਬਾਸ ਰੱਖਿਆ, ਪੈਰੀ ਉਹਨਾਂ ਨੇ ਖੜਾਵਾਂ ਪਾਈਆਂ, ਜੀ ਜੀ ਕਦੇ ਨੰਗੇ ਚਰਨੀ ਵੀ ਰਹੇ। ਹਾਂਜੀ ਹਾਂਜੀ ਤੇ ਜਦੋਂ ਪਾਤਸ਼ਾਹ ਜੀ ਚਾਰ ਉਦਾਸੀਆਂ ਕਰਦੇ ਹੋਣਗੇ ਤਾਂ ਉਹਨਾਂ ਨੇ ਵੀ ਖੜਾਵਾਂ 'ਚ ਹੀ ਕੀਤੀਆਂ ਭਾਈ। ਜੀ ਜੀ ਹੁਣ ਜੇ ਮੈਂ ਨਾ ਮਾਨੂੰ ਵਾਲੀ ਗੱਲ ਆ, ਫੇਰ ਤਾਂ ਜਿੰਨਾ ਮਰਜੀ ਵੀ ਮੈਂ, ਹਾਂਜੀ ਹਾਂਜੀ ਜੇ ਕਿਸੇ ਵੀਰ ਨੇ ਨਹੀਂ ਗੱਲ ਨੂੰ ਮੰਨਣਾ ਇੰਨੀ ਡਿਟੇਲ 'ਚ ਜਾਣ ਤੋਂ ਬਾਅਦ ਵੀ, ਪ੍ਰਿੰਸ ਜੀ ਮੈਂ ਨਹੀਂ ਸੀ ਸੁਣੀ ਇਹ ਹਿਸਟਰੀ ਟਕਸਾਲ ਦੇ ਸਿੰਘਾਂ ਕੋਲੋਂ। ਮੈਂ ਤਾਂ ਇਹ ਹਿਸਟਰੀ ਦਾ ਜਾਪ ਆਪ ਪੜ੍ਹਿਆ ਜੀ, ਇੱਕ ਨਹੀਂ ਕਈ ਗ੍ਰੰਥਾਂ 'ਚੋਂ ਪੜ੍ਹਿਆ। ਮੈਂ ਜਾ ਕੇ ਫਿਰ ਦੇਖਿਆ, ਜੀ ਜੀ ਕੱਲਾ ਕਿਤਾਬਾਂ ਨਹੀਂ ਪੜ੍ਹੀਆਂ, ਜਿੰਨੇ ਅਸਥਾਨਾਂ ਬਾਰੇ ਪੜ੍ਹਿਆ ਜਾ ਕੇ ਫਿਰ ਦੇਖੇ, ਹਾਂਜੀ ਉਸ ਤੋਂ ਬਾਅਦ ਬੋਲੇ ਜੀ। ਹਾਂ ਸਿੰਘ ਜੀ, ਇਹੀ ਗੱਲ ਕਰ ਰਹੇ ਨਾ। ਤੁਸੀਂ ਕਹਿੰਦੇ ਨਹੀਂ ਜੀ ਗੁਰੂਆਂ ਦੀਆਂ ਫੋਟੋਆਂ ਤੇ ਸਟਾਪ ਲੱਗਣਾ ਚਾਹੀਦਾ, ਮੈਂ ਵੀ ਉਹੀ ਗੱਲ ਕਰ ਰਿਹਾ ਨਾ ਕਿ ਬਾਬਾ ਸ਼੍ਰੀ ਚੰਦ ਜੀ ਦੀ ਫੋਟੋ ਦੇਖ ਕੇ ਕਿਉਂ ਸੱਚ ਮੰਨਣਾ ਫਿਰ ਹਾਂਜੀ ਹਾਂਜੀ ਵੀ ਇਹ ਸੱਚੀ ਆ? ਹਾਂਜੀ ਹਾਂਜੀ ਉਹ ਤਾਂ ਉਹ ਜਿੱਦਾਂ ਦਾ ਕਿਸੇ ਦਾ ਮਾਈਂਡ ਉਹਨਾਂ ਦਾ ਹੋਊ, ਉਹ ਨਹੀਂ ਉਦਾਂ ਦੇ ਬਣਾਤੇ ਉਹ। ਤੇ ਮੇਰੇ ਕੋਲ ਹੈਗੀਆਂ ਫੋਟੋਆਂ ਐਸੀਆਂ, ਕਈ ਗੁਰਸਿੱਖਾਂ ਨੇ ਬਣਾਈਆਂ, ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਇਹ ਪੂਰੇ ਵਸਤਰ ਪਾਏ ਦਿਖਾਲੇ ਆ, ਤੇ ਜਿੱਥੇ ਦਾੜਾ ਵੀ ਦਿਖਾਲਿਆ ਆ, ਤੇ ਜਿੱਥੇ ਦਸਤਾਰ ਵੀ ਦਿਖਾਲੀ ਆ। ਜੀ ਜੀ ਉਹ ਜਿੱਦਾਂ ਦੀ ਕਿਸੇ ਦੇ ਮਨ 'ਚ ਆ ਗਿਆ ਉਹਨਾਂ ਨੇ ਜ਼ਰੂਰ ਲਿਖਿਆ। ਚਲੋ ਜੇ ਫੋਟੋ ਤੇ ਹੈਗਾ, ਫੋਟੋ ਆਪਾਂ ਛੱਡਦਾ, ਫੋਟੋ ਦੇਖ ਕੇ ਨਹੀਂ, ਫੋਟੋ ਦੇਖ ਕੇ ਤਾਂ ਇਹ ਇੱਕ ਮਨ ਦੇ, ਹੁਣ ਜਿੱਦਾਂ ਮਾਲਾ ਆ ਜੀ, ਤਾਂ ਝੁਕਦਾ। ਮਾਲਾ ਦੇਖ ਕੇ ਇਹ ਆਉਂਦਾ ਵੀ ਆਹ ਮਾਲਾ ਨਾਲ ਅਸੀਂ ਜਾਪ ਕਰਨਾ। ਜੀ ਜੀ ਮਾਲਾ ਰੱਬ ਥੋੜੋ ਆ। ਹਾਂਜੀ ਹਾਂਜੀ ਮਾਲਾ ਤਾਂ ਇੱਕ, ਜਿੱਦਾਂ ਹੁਣ ਮੰਨ ਲਓ ਆਪਾਂ ਮੋਟਰ ਤੇ ਬੈਠੇ ਆ, ਹਾਂਜੀ ਹਾਂਜੀ ਮੋਟਰ ਪਾਣੀ ਨਹੀਂ ਆ। ਮੋਟਰ ਪਾਣੀ ਧਰਤੀ ਦੇ ਵਿੱਚੋਂ ਜੇ ਕੱਢਿਆ ਜਾਵੇ, ਕੱਢਣ ਦਾ ਸਾਧਨ ਆ। ਇਹ ਨਵਜੀਤ ਜੀ ਕੀ ਪੜ੍ਹਿਆ ਆਪ ਜੀ ਪੁੱਛ ਰਹੇ ਹੋ, ਮੈਨੂੰ ਦੱਸੋ, ਮੈਂ ਦੱਸਦਾ ਜੀ। ਨਵਜੀਤ ਜੀ ਪੂਰਾ ਸਵਾਲ ਕਰਿਓ ਦੁਬਾਰਾ, ਹੈ ਨਾ ਜੀ, ਮੈਂ ਦੱਸ ਦਿੰਦਾ ਆਪ ਜੀ ਨੂੰ। ਪੌੜੀ ਕਦੇ ਛੱਤ ਨਹੀਂ ਹੁੰਦੀ, ਜੀ ਜੀ ਪੌੜੀ ਛੱਤ ਤੱਕ ਪਹੁੰਚਣ ਦਾ ਇੱਕ ਸਾਧਨ ਹੁੰਦੀ ਹੈ। ਜੀ ਜੀ ਕਿਉਂ ਬਾਬਾ ਜੀ? ਜੀ ਜੀ ਬਿਲਕੁਲ ਸਹੀ ਗੱਲ ਹੈ। ਉਹ ਵੀਰ ਜੀ ਨੇ ਕੋ ਪੁੱਛਿਆ ਸੀ ਵੀ ਆਪ ਜੀ ਕਿੱਥੋਂ ਪੜ੍ਹੇ ਹੋ? ਅੱਛਾ ਨਰਜੀਤ ਸਿੰਘ ਜੀ। ਹਾਂਜੀ ਮੜ ਜਾ ਆਪ ਜੀ ਕਰਿਓ ਦੁਬਾਰਾ ਸਵਾਲ, ਮੈਂ ਜਵਾਬ ਦੇ ਦਿਆਂ। ਨਾ ਬਿਕਰਮਜੀਤ ਸਿੰਘ ਜੀ, ਉਹ ਤਾਂ ਵਿਸ਼ਾ ਆਪਾਂ ਰੱਖਣਾ ਹੀ ਨਹੀਂ, ਕਿਉਂਕਿ ਇਹ ਵਿਸ਼ਾ ਪੰਜਾਂ ਪਿਆਰਿਆਂ ਵੱਲੋਂ ਵੀ ਆਪਾਂ ਨੂੰ ਕਿਹਾ ਜਾਂਦਾ, ਹੈ ਨਾ ਜੀ। ਹਾਂਜੀ ਹਾਂਜੀ ਉਹ ਗੱਲ ਆਪਾਂ ਛੱਡ ਦਈਏ, ਕਿਉਂਕਿ ਜਿਹੜੀ ਹੁਣ ਆਪਾਂ
ਮੈਂ ਪਹਿਲਾਂ ਦੱਸਿਆ ਜੀ, ਧੀਰ ਮੱਲੀਏ, ਗੰਗੂ ਸ਼ਾਹੀਏ, ਰਾਮ ਰਾਈਏ, ਜੀ। ਕੁੜੀ ਮਾਰ, ਨੜੀ ਮਾਰ, ਧੀਰ ਮੱਲੀਏ। ਜੀ ਜਦੋਂ ਮਹਾਰਾਜ ਨੇ ਕਹਿ ਹੀ ਦਿੱਤਾ ਇਹਨਾਂ ਨਾਲ ਰੋਟੀ ਬੇਟੀ ਦਾ ਰਿਸ਼ਤਾ ਨਹੀਂ ਰੱਖਣਾ, ਤਾਂ ਗੱਲ ਕਰਨੀ ਕਿਉਂ? ਇਸ ਵਿਸ਼ੇ ਨੂੰ ਨਾ ਹੀ ਕਰੀਏ ਤਾਂ ਜ਼ਿਆਦਾ ਠੀਕ ਆ, ਸਾਡਾ ਕੋਈ ਲੈਣਾ ਦੇਣਾ ਹੀ ਨਹੀਂ। ਜੀ ਜੀ ਜੇ ਕਿਹਾ ਹੁੰਦਾ ਬਾਬਾ ਸ਼੍ਰੀ ਚੰਦ ਜੀ ਨਾਲ ਲੈਣ ਦੇਣ ਨਹੀਂ ਰੱਖਣਾ, ਅਸੀਂ ਨਾ ਗੱਲ ਕਰਦੇ। ਹਾਂਜੀ ਨਾ ਪੰਜ ਪਿਆਰਿਆਂ ਨੇ ਕਿਹਾ, ਜੀ ਨਾ ਰਹਿਤ ਮਰਜ਼ਾਦਾ 'ਚ ਲਿਖਿਆ, ਹਾਂਜੀ ਬਲਕਿ ਇਹ ਲਿਖਿਆ ਵੀ ਜੇ ਹਰਮੰਦਰ ਸਾਹਿਬ ਦੇ ਅੰਦਰ ਜੋਤ ਜਗਦੀ ਆ, ਜੀ ਜੀ ਅੱਜ ਵੀ ਜਗਦੀ ਆ, ਹਾਂਜੀ ਹਾਂਜੀ ਤੁਸੀਂ ਉੱਪਰ ਜਾ ਕੇ ਦਰਸ਼ਨ ਕਰੋ, ਅੱਜ ਵੀ ਜਗਦੀ ਆ। ਹਾਂਜੀ ਉਹ ਜੋਤ ਨੂੰ ਜਗਦੀ ਰੱਖਣ ਲਈ 16 ਕਿ 17 ਉਦਾਸੀ ਸਾਧੂ ਸ਼ਹੀਦ ਹੋਏ ਸਰੋਵਰ ਵਿੱਚ ਦੀ ਜਾਂਦੇ। ਹਾਂਜੀ 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 ਕੱਲ ਦਾ ਟਾਈਮ 4 ਵਜੇ ਜੀ, ਥੋੜਾ ਜਿਹਾ ਅਸੀਂ ਚੇਂਜ ਕਰਨਾ ਜੀ ਟਾਈਮ, 4 ਤੋਂ, ਹਨਾ ਜੀ, ਹਾਂਜੀ 4 ਤੋਂ ਵਧੀਆ 3 ਵਜੇ ਥੋੜਾ ਜਿਹਾ ਕਈ ਵਾਰੀ ਕੋਈ ਨਾ ਕੋਈ ਵਿੱਚ ਕੰਮ ਪੈ ਜਾਂਦਾ ਜੀ। 4 ਵਜੇ ਆਪਾਂ ਕਰਾਂਗੇ ਜੀ ਕੱਲ ਦਾ ਲਾਈਵ। ਅੱਛਾ, ਕਹਿੰਦੇ ਉਹ ਪੁੱਛ ਰਿਹਾ ਵੀ ਤੁਸੀਂ ਬਾਬਾ ਸ਼੍ਰੀ ਚੰਦ ਜੀ ਦਾ ਇਤਿਹਾਸ ਕਿੱਥੋਂ ਪੜ੍ਹਿਆ? ਠੀਕ ਹੈ ਮੇਰੇ ਕੋਲ ਜੀ ਇਸ ਟਾਈਮ 6 ਜਾਂ 7 ਗ੍ਰੰਥ ਨੇ ਜੀ। ਹਾਂਜੀ ਹਾਂਜੀ 6 ਹੋਣਗੇ ਜਾਂ 7 ਹੋਣਗੇ ਜੀ। ਠੀਕ ਹੈ ਜੀ ਇੱਕ ਭਾਸ਼ਾ ਵਿਭਾਗ ਪਟਿਆਲੇ ਤੋਂ ਛਪਿਆ ਹੋਇਆ ਜੀ, ਜੀ ਜੀ ਕੋਈ ਦਲਜੀਤ ਸਿੰਘ ਜੀ ਬੇਦੀ ਕਰਕੇ ਆ। ਹਾਂਜੀ ਹਾਂਜੀ ਇੱਕ ਕੋਈ ਨਰੈਣ ਸਿੰਘ ਜੀ ਹੋਏ ਆ। ਠੀਕ ਹੈ ਇੱਕ ਕੋਈ ਇਤਿਹਾਸ ਜਿਹੜਾ ਦਿੱਲੀ ਵਾਲੇ ਮਹਾਂਪੁਰਸ਼ਾਂ ਦਾ ਲਿਖਿਆ ਹੋਇਆ। ਠੀਕ ਹੈ ਜੀ ਤੇ ਜਿਹੜੀ ਮੈਂ ਗੱਲ ਕੀਤੀ ਤੁਹਾਡੇ ਨਾਲ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਭਾਈ ਬਾਲੇ ਦੀ ਜਨਮ ਸਾਖੀ, ਜੀ 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 ਉਹ ਭਾਈ ਬਾਲਾ ਜੀ ਤੋਂ ਗੁਰੂ ਸਾਹਿਬ ਜੀ ਨੇ ਲਿਖਵਾਈ ਸੀ। ਜੀ 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 ਗੁਰੂ ਨਾਨਕ ਮਹਾਰਾਜ ਦਾ ਇਤਿਹਾਸ ਭਾਈ ਬਾਲਾ ਜੀ ਤੋਂ ਸੁਣ ਕੇ। ਹਾਂਜੀ ਹਾਂਜੀ ਪ੍ਰਿੰਸ ਜੀ, ਇਸ ਗੱਲ ਨਾਲ ਮੈਂ ਤੁਹਾਡੀ ਨਾਲ ਐਗਰੀ ਹਾਂ। ਦੇਖੋ, ਆਪ ਜੀ ਨੇ ਲਿਖਿਆ ਨਾ ਕਿ ਸਾਡੇ ਜਿਹੜੇ ਮੁਖੀਆ ਉਹ ਹਿੰਦੂ ਤੀਰਥਾਂ ਤੇ ਜਾਂਦੇ ਆ। ਹਾਂਜੀ ਹਾਂਜੀ ਬਾਬਾ ਜੀ, ਤੀਰਥਾਂ ਤੇ ਜਾਣ ਨਾਲ ਕੋਈ ਹਿੰਦੂ ਨਹੀਂ ਬਣਦਾ, ਕੋਈ ਮੁਸਲਮਾਨ ਤੀਰਥਾਂ ਤੇ ਜਾਣ ਨਾਲ ਮੁਸਲਮਾਨ ਨਹੀਂ ਬਣਦਾ। ਜੀ 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 ਆਪਾਂ 52 ਹੁਕਮਨਾਮਾ ਸਾਹਿਬ ਪੜ੍ਹੀਏ ਨਾ, ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਹਾਂਜੀ ਹਾਂਜੀ ਉਹਨਾਂ ਨੇ ਬਚਨ ਕੀਤੇ 52 ਹੁਕਮਨਾਮੇ ਦੇ ਵਿੱਚ ਜੀ ਕਿ ਮੇਰਾ ਸਿੱਖ ਹਰੇਕ ਧਰਮ ਦੇ ਗ੍ਰੰਥ ਤੇ ਪੁਸਤਕਾਂ ਪੜ੍ਹੇ, ਪੜ੍ਹੇ ਹਾਂਜੀ ਅਟਲ ਵਿਸ਼ਵਾਸ ਬਾਣੀ ਤੇ ਰੱਖੇ। ਜੀ ਜੀ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਤਾਂ ਹੋ ਸਕਦਾ ਮੈਨੂੰ ਵੀ ਕਹਿਣੇ ਹਿੰਦੂਆਂ ਦਾ ਖਰੀਦਿਆ। ਹਾਂਜੀ ਹਾਂਜੀ ਮੈਂ ਪੜ੍ਹਿਆ ਸੀ ਬਈ ਜਿਹੜਾ ਜਵਾਲਾ ਜੀ ਮੰਦਿਰ ਆ, ਹਾਂਜੀ ਹਾਂਜੀ ਉੱਥੇ ਇੱਕ ਛਤਰ ਚੜਾਇਆ ਸੀ ਰਾਜੇ ਨੇ, ਹਾਂਜੀ ਹਾਂਜੀ ਉਹਨੂੰ ਚੜਾ ਕੇ ਮਾਣ ਹੋ ਗਿਆ। ਜੂੜਾ ਮੋੜ ਨੇ ਚੜਾ ਨਹੀਂ ਨਹੀਂ ਨਹੀਂ, ਉਹ ਤਾਂ ਨੈਣਾ ਦੇਵੀ ਚੜਾਇਆ ਸੀ ਨਾ, ਇਹ ਇਤਿਹਾਸ ਲਿਖਿਆ ਜਾਂਦਾ। ਅੱਛਾ ਜੀ ਇਹ ਜਵਾਲਾ ਜੀ, ਅੱਛਾ ਜੀ ਉਹ ਆਪਣੇ ਕੋਈ ਮੁਗਲ ਰਾਜਾ ਸੀ, ਮੈਨੂੰ ਉਹਨ ਪਾਣੀ ਵੀ ਕੱਢਿਆ ਸੀ ਉਧਰ ਦੀ ਨਦੀ, ਵੀ ਮੈਂ ਜੋਤਾਂ ਬੁਝਾ ਦੇਣੀਆਂ ਕੋਈ। ਜੇ ਹੈਗੀ ਛੋਟੀ ਜਿਹੀ ਨਹਿਰ ਕੱਢੀ ਸੀ। ਆ ਮੈਨੂੰ ਉਹ ਰਾਜੇ ਦਾ ਸ਼ਾਇਦ ਕਿਸੇ ਨੂੰ ਸੰਗਤ 'ਚ ਚੇਤਾ ਹੋਵੇ। ਤੇ ਉਹ ਨਾ ਜੀ, ਮੈਂ ਫਿਰ ਜਦੋਂ ਪੜ੍ਹਿਆ, ਹਾਂਜੀ ਹਾਂਜੀ ਅਕਬਰ ਨੇ ਕੱਢੀ ਸੀ ਜੀ ਨਹਿਰ। ਹਾਂਜੀ ਹਾਂਜੀ, ਕਰਨਦਾਸ ਜੀ, ਗਿਆਨੀ ਈਸ਼ਰ ਸਿੰਘ ਨਾਰਾ, ਬਿਲਕੁਲ ਜੀ ਬਿਲਕੁਲ, ਉਹ ਲਾਲ ਰੰਗ ਦੀ ਜੈਲ ਤੇ ਆ ਉਹਦੀ, ਹਾਂਜੀ ਹਾਂਜੀ ਇਤਿਹਾਸ ਦੀ, ਉਹ ਦਾਸ ਨੇ ਪੜ੍ਹਿਆ, ਉਹ ਵੀ ਪੜ੍ਹਿਆ ਜੀ। ਇਹ ਜਦੋਂ ਮੇਰੇ ਖਿਆਲ ਹਮਾਯੂ ਰਾਜਾ ਸੀਗਾ ਜੀ ਸ਼ਾਇਦ, ਅਕਬਰ ਨੇ ਕੱਢੀ ਸੀ। ਅਕਬਰ, ਅਕਬਰ ਨੇ ਸ਼ਾਹ ਅਕਬਰ। ਅਕਬਰ ਨੇ ਕੱਢੀ ਸੀ। ਚਲੋ ਮੈਂ ਗੱਲ ਤੇ ਆਵਾਂ। ਹਾਂਜੀ ਹਾਂਜੀ ਉਹ ਜਦੋਂ ਮੈਂ ਪੜ੍ਹਿਆ ਨਾ ਜੀ ਗ੍ਰੰਥਾਂ ਵਿੱਚੋਂ, ਇਤਿਹਾਸ ਦੇ ਵਿੱਚੋਂ, ਜੀ ਜੀ ਤੇ ਉਹਦੇ 'ਚ ਇਹ ਲਿਖਿਆ ਜੀ ਵੀ ਜਦੋਂ ਛਤਰ ਚੜਾਇਆ ਜੀ ਜੀ ਤੇ ਉਸ ਵੇਲੇ ਨਾ ਉਹਨੂੰ ਮਾਣ ਹੋ ਗਿਆ। ਜੀ 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 ਜਦੋਂ ਮਾਣ ਹੋ ਗਿਆ, ਹਾਂਜੀ ਉਹ ਸੋਨੇ ਤੋਂ ਧਾਤ ਬਦਲ ਕੇ ਕੋਈ ਪਤਾ ਨਹੀਂ ਕਿਹੜੀ ਧਾਤ ਦਾ ਬਣ ਗਿਆ। ਹਾਂਜੀ ਹਾਂਜੀ ਤੇ ਇਹ ਮੈਂ ਪੜ੍ਹਦਾ ਸੀ ਵੀ ਉਹਦੇ ਚੋਂ ਸਾਇੰਟਿਸਟ ਟੋਟਾ ਲੈ ਕੇ ਗਏ ਆ ਵੀ ਦੇਖੀਏ ਹੈ ਕੀ। ਅੱਛਾ ਜੀ ਮੈਂ ਦੇਖਣ ਗਿਆ ਠੀਕ ਹੈ 4 ਸਾਲ ਪਹਿਲਾਂ, ਅੱਛਾ ਜੀ ਮੈਂ ਜਵਾਲਾ ਜੀ ਦੇਖਣ ਗਿਆ। ਠੀਕ ਹੈ ਉਹ ਛਤਰ ਦੇਖਿਆ ਜਿਹੜਾ ਪਿਆ ਉੱਥੇ ਸ਼ੀਸ਼ੇ 'ਚ ਮੜਿਆ, ਠੀਕ ਹੈ ਉਹਦੇ ਚੋਂ ਟੁਕੜੀ ਵੀ ਕੱਢੀ ਹੋਈ ਆ, ਠੀਕ ਹੈ ਜੀ ਏਦਾਂ ਚਾਕਲੀ ਜੀ ਕੱਢੀ ਹੋਈ ਆ, ਠੀਕ ਹੈ ਤੇ ਉਹ ਪਤਾ ਵੀ ਨਹੀਂ ਲੱਗਦਾ ਵੀ ਕਿਹੜਾ ਮਤਲਬ ਧਾਤ ਆ। ਠੀਕ ਹੈ ਜੀ। ਹੁਣ ਜਾਣ ਨਾਲੇ ਅਸੀਂ ਉੱਥੇ ਕਿਤੇ ਹਿੰਦੂ ਥੋੜੋ ਬਣ ਗਏ। ਥੋੜੋ ਬਣ ਗਏ, ਤੁਸੀਂ ਤੇ ਇਤਿਹਾਸ ਪੜਿਆ, ਦੇਖਣ ਗਏ। ਇਤਿਹਾਸ ਪੜ੍ਹਿਆ ਤੇ ਅਸੀਂ ਦੇਖਣ ਗਏ। ਜੀ 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 ਹਨਾ ਜੀ, ਗੱਲ ਹੈਗੀ ਆ ਗੁਰੂ ਨਾਨਕ ਮਹਾਰਾਜ ਨੇ ਜੇ ਜਗਨਨਾਥਪੁਰੀ ਹਿੰਦੂ ਤੀਰਥ ਤੇ ਜਾ ਕੇ ਆਰਤੀ ਉਚਾਰੀ, ਉਹਨਾਂ ਨੂੰ ਸੇਧ ਦਿੱਤੀ, ਹਾਂਜੀ ਉਹ ਵੀ ਹਿੰਦੂ ਤੀਰਥ ਤੇ ਗਏ।
ਗੁਰੂ ਨਾਨਕ ਮਹਾਰਾਜ ਮੱਕੇ ਦੀ ਧਰਤੀ ਤੇ ਗਏ ਤਾਂ ਉਹਨਾਂ ਨੂੰ ਉਪਦੇਸ਼ ਦਿੱਤਾ, ਹਾਂਜੀ ਹਾਂਜੀ ਕਿਉਂਕਿ ਜਾ ਕੇ- ਜਾ ਕੇ ਹੀ ਵਿਚਾਰ ਚਰਚਾ ਹੁੰਦੀ ਆ। ਆਪਾਂ ਜੇ ਭਾਈ ਸਾਹਿਬ ਇਹ ਦੇਖੀਏ ਨਾ ਪ੍ਰਿੰਸ ਜੀ, ਕਿ ਪੰਜਵੇਂ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਬਰਾਜਦੇ ਸੀ, ਜੀ, ਉਹਨਾਂ ਕੋਲ ਸਾਈਂ ਜੀ ਆ ਕੇ ਮੁਸਲਮਾਨ ਸੀਗੇ, ਹਾਂਜੀ। ਵਿਚਾਰਾਂ ਕਰਦੇ ਸੀਗੇ, ਹਾਂਜੀ ਹਾਂਜੀ ਹਨਾ ਜੀ। ਫਿਰ ਜਦੋਂ ਗੁਰਤਾ ਗੱਦੀ ਮਿਲੀ ਆ, ਜੀ ਜੀ ਜਦੋਂ ਗੱਦੀ ਮਿਲੀ ਆ, ਜੀ ਜੀ ਗੁਰੂ ਹਰਗੋਬਿੰਦ ਸਾਹਿਬ ਮਿਲਣ ਵੀ ਗਏ ਆ ਸਾਈਂ ਮੀਆਂ ਮੀਰ ਜੀ ਨੂੰ। ਹਾਂਜੀ ਹਾਂਜੀ ਇਦਾਂ ਕੋਈ ਮੁਸਲਮਾਨ ਹਿੰਦੂ ਨਹੀਂ ਬਣਦਾ, ਉਹ ਤੇ ਇੱਕ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਜਿਹੜੀ ਮਹਾਰਾਜ ਨੇ ਸਾਨੂੰ ਦਿੱਤੀ ਹੈ। ਹਾਂਜੀ ਹਾਂਜੀ ਹਿੰਦੂ ਤੁਰਕ ਕਉ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ, ਜੀ 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 है ना जी। ना हम हिंदू ना मुसलमान अल्लाह राम के पिंड पुराण, ਜੀ 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 ਬੇ ਸਰੀਰ ਹੀ ਉਸ ਅੱਲਾ ਰਾਮ ਵਾਹਿਗੁਰੂ ਦਾ ਆ, ਤੇ ਇਹਦੇ ਚ ਝਗੜਾ ਕਾਹਦਾ ਕਰਨਾ ਆਪਾਂ, ਹਨਾ। ਬਿਲਕੁਲ ਜੀ ਬਿਲਕੁਲ, ਹਾਂਜੀ ਇਹ ਤਾਂ ਉਹੀ ਗੱਲ ਕਰ ਰਹੇ ਆ ਬਾਬਾ ਜਗਰੂਪ ਸਿੰਘ ਜੀ, ਨਿਰਮਲ ਭੇਖ ਵਾਲੇ ਮਹਾਂਪੁਰਸ਼। ਹਾਂਜੀ ਹਾਂਜੀ ਬਾਬਾ ਜੀ ਆਪ ਜੀ ਦੇ ਆਪਰੇਸ਼ਨ ਹੋਏ ਆ ਲੱਤ ਦੇ, ਠੀਕ ਹੋ ਆਪ ਜੀ? ਮੈਂ ਫੇਸਬੁੱਕ ਤੇ ਹੀ ਦੇਖਿਆ ਸੀ ਜੀ। ਆ ਗਗਨਦੀਪ ਸਿੰਘ ਜੀ, ਕੋਈ ਨਹੀਂ, ਆਪਾਂ ਉਹ 52 ਹੁਕਮਨਾਮਾ ਸਾਹਿਬ ਵੀ ਕਿਸੇ ਦਿਨ ਬੋਲ ਦਿਆਂਗੇ, ਹਨਾ ਜੀ। ਕਹਿੰਦੇ 52 ਕੀਤੇ ਮਹਾਰਾਜ ਨੇ ਹੁਕਮ, ਵੀ ਸੰਗਤ ਨੂੰ ਬਹੁਤ ਘੱਟ ਪਤਾ, ਪੜਿਆ ਘੱਟ ਆ। ਠੀਕ ਹੈ ਆਪਾਂ ਪੜ੍ਹ ਦਿਆਂਗੇ, ਲਿਆ ਕੇ ਸੁਣਾ ਦਿਆਂਗੇ ਸਾਰਿਆਂ ਨੂੰ। ਹੈਗੇ ਆ ਮੈਂ ਉਹੀ ਕਹਿੰਦਾ, ਆਪਣੇ ਕੋਲ ਤਾਂ ਪਏ ਆ, ਹਾਂਜੀ ਆਪਾਂ ਉਹ ਬਚਨ ਸੁਣਾ ਦਾਂਗੇ ਸਾਰਿਆਂ ਨੂੰ। ਪ੍ਰਿੰਸ ਜੀ ਬਹੁਤ ਧੰਨਵਾਦ, ਜਿੰਨੀਆਂ ਸੰਗਤਾਂ ਜੁੜੀਆਂ, ਜਿੰਨੇ ਮਹਾਂਪੁਰਸ਼ ਜੁੜੇ, ਜਿੰਨੀਆਂ ਸੰਗਤਾਂ ਨੇ ਸ਼ੇਅਰ ਕੀਤਾ, ਜਿੰਨੀਆਂ ਸੰਗਤਾਂ ਨੇ ਵਿਚਾਰ ਕੀਤੇ, ਬਹੁਤ ਬਹੁਤ ਧੰਨਵਾਦ। ਹਾਂਜੀ ਦੇਖੋ ਆਪਣੇ ਪੰਥ ਨੇ ਅੱਗੇ ਪਤਾ ਕਿੱਦਾਂ ਤੁਰਨਾ ਹੈ ਜੀ। ਸਾਰੇ ਵਿਧੀ ਚੰਦੀਏ ਬਣੋ, ਜੀ 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 ਸਾਰੇ ਸ਼੍ਰੀ ਚੰਦੀਏ ਬਣੋ, ਹਾਂਜੀ ਹਾਂਜੀ ਸਾਰੇ ਖਾਲਸੇ ਬਣੋ, ਹਾਂਜੀ ਹਾਂਜੀ ਸਾਰੇ ਨਿਰਮਲੇ ਬਣੋ, ਹਾਂਜੀ ਸਾਰੇ ਮੈਂ ਕਹਿੰਦਾ ਚੰਗੇ ਇਨਸਾਨ ਬਣੋ, ਬਸ ਠੀਕ ਹੈ ਜੀ। ਜੀ ਜੀ ਤੇ ਇਸ ਕਰਕੇ ਆਪਾਂ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਈਏ। ਸਾਰੀਆਂ ਸੰਗਤਾਂ ਦਾ ਧੰਨਵਾਦ ਆ, ਬਹੁਤ ਬਹੁਤ ਜੀ ਆਇਆਂ ਨੂੰ, ਜਿੰਨੀਆਂ ਸੰਗਤਾਂ ਨੇ ਵਿਚਾਰਾਂ ਕੀਤੀਆਂ ਤੇ ਬੜੀ ਸੁਚੱਜੀ ਬੋਲੀ ਦੇ ਵਿੱਚ ਆਪ ਜੀ ਨੇ ਕਮੈਂਟ ਕੀਤੇ, ਤੇ ਜਿੰਨੇ ਜਵਾਬ ਦੇ ਸਕੇ ਆ। ਗੁਰਬਾਣੀ ਦੀ ਅਗਾਧ ਬਹੁਤ ਗੱਲ ਕਰਦੇ ਆ, ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ ਗੁਰੂ ਜੀ ਕੀ ਸੰਗਤ ਬਖਸ਼ਣਯੋਗ ਹੈ। ਕੱਲ ਸ਼ਾਮ ਦਾ ਜਿਹੜਾ ਸਮਾਂ ਆ ਉਹ 4 ਵਜੇ ਦਾ ਜੀ ਸਾਡਾ, ਹਾਂਜੀ ਹਾਂਜੀ ਤੇ ਕੱਲ ਨੂੰ ਜਿਹੜਾ ਸੰਗਤ ਨੇ ਹੁਕਮ ਕੀਤਾ ਵੀ ਉਹ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਇਤਿਹਾਸ ਬਾਰੇ ਬਚਨ ਆਪਾਂ ਜਿਹੜੇ ਕਰਨੇ ਆ, ਉਹ ਆਪਾਂ ਕੱਲ ਨੂੰ ਕਰਾਂਗੇ। ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ, ਸਤਿ ਕਰਤਾਰ ਜੀ। ਕਿੱਦਾਂ ਜੀ? ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।